ਜਿਵੇਂ ਅਸੀਂ ਅੱਜ ਕਹਿ ਰਹੇ ਹਾਂ ਨਾਨਕਸ਼ਾਹੀ 553, ਇਹਦਾ ਮਤਲਬ ਗੁਰੂ ਨਾਨਕ ਸਾਹਿਬ ਜੀ 1469 ਤੋਂ ਲੈ ਕੇ ਤੇ ਹੁਣ ਤਾਈਂ ਅੱਜ ਤਾਈਂ 553 ਸਾਲ ਗੁਰੂ ਨਾਨਕ ਸਾਹਿਬ ਜੀ ਨੂੰ ਹੋ ਗਏ ਨੇ ਇਸ ਦੁਨੀਆ ਤੇ ਆਇਆ ਹੋਇਆ। ਸੋ 553 ਤਾਂ ਕਰਕੇ ਕਿਹਾ ਜਾਂਦਾ ਹੈ। ਹੁਣ ਹਿਜਰੀ ਸੰਮਤ ਹੈ, ਉਸ ਤੋਂ ਬਾਅਦ ਜਿਹੜਾ ਆ 2021 ਜਿਹਨੂੰ ਕਹਿੰਦੇ ਆ, ਇਹ ਈਸ਼ਾ ਨੂੰ ਇਸ ਦੁਨੀਆ ਤੇ ਆਇਆ 2021 ਸਾਲ ਹੋ ਗਏ ਨੇ, ਉਹ ਈਸ਼ੇ ਸੰਮਤ ਹੈ। ਹੁਣ ਇਹ ਕਹਿੰਦੇ ਹਨ ਕਈ ਲੋਕ ਵੀ ਅਸਲ ਦੇ ਵਿੱਚ ਇੱਕੋ ਦਿਨ ਕਿਉਂ ਨਹੀਂ ਆਉਂਦੇ, ਇੱਕੋ ਦਿਨ ਫਿਕਸ ਕਰ ਦੇਣਾ ਚਾਹੀਦਾ ਹੈ, ਬੱਚਿਆਂ ਨੂੰ ਵੀ ਪਤਾ ਲੱਗ ਜਾਏਗਾ। ਐਸਾ ਨਹੀਂ ਹੋ ਸਕਦਾ, ਕਿਉਂਕਿ ਜਿਹੜੇ ਕੈਲੰਡਰ ਬਣਦੇ ਨੇ ਕੁਝ ਸੂਰਜ ਦੇ ਅਨੁਸਾਰ ਬਣਦੇ ਨੇ, ਕੁਝ ਚੰਦਰਮਾ ਦੇ ਅਨੁਸਾਰ ਬਣਦੇ ਨੇ। ਹਰੇਕ ਕੈਲੰਡਰ ਦੀ ਬਣਾਉਣ ਦੀ ਆਪਣੀ ਵੱਖੋ ਵੱਖਰੀ ਵਿਧੀ ਹੈ। ਇਵੇਂ ਫਿਰ ਅਸੀਂ ਕਹਿ ਦੇਵਾਂਗੇ ਪੰਚਮੀ ਇੱਕੋ ਦਿਨ ਆਉਣੀ ਚਾਹੀਦੀ ਹੈ। ਅਸਲ 'ਚ ਪੰਚਮੀ ਤੇ ਉਸੇ ਦਿਨ ਹੀ ਆਉਂਦੀ ਹੈ, ਪਰ ਜਿਹੜੀ ਦੂਜੇ ਕੈਲੰਡਰ ਦੀ ਤਰੀਕ ਹੈ ਇਹ ਅੱਗੇ ਪਿੱਛੇ ਹੋ ਜਾਂਦੀ ਹੈ। ਸਾਡੀ ਪੰਚਮੀ ਉਸੇ ਦਿਨ ਨਹੀਂ ਹੈ। ਕੈਲੰਡਰ ਮੱਸਿਆ ਦੇ ਹਿਸਾਬ ਨਾਲ ਚੱਲ ਰਿਹਾ ਹੈ, ਮੱਸਿਆ ਤੋਂ 5ਵਾਂ ਦਿਨ ਪੰਚਮੀ ਹੈ। ਹੁਣ ਜਿਹੜਾ ਦੂਜਾ ਕੈਲੰਡਰ ਹੈ ਇਹਦੀ ਡੇਟ ਜੋ ਮਰਜ਼ੀ ਹੋਏ, ਉਤੋਂ ਅਸੀਂ ਕੀ ਲੈਣਾ ਹੈ। ਸੋ ਇਸ ਕਰਕੇ ਅੱਜ ਨਵੇਂ ਸੰਮਤ ਦੀ ਸ਼ੁਰੂਆਤ ਹੈ। ਸਤਿਗੁਰੂ ਜੀ ਮਹਾਰਾਜ ਇਸ ਮਹੀਨੇ ਨੂੰ ਲੈ ਕੇ ਕੀ ਉਪਦੇਸ਼ ਦਿੰਦੇ ਨੇ, ਕੀ ਉਹਨਾਂ ਦਾ ਸੰਦੇਸ਼ ਸਾਡੇ ਨਾਮ ਹੈ, ਕਿਵੇਂ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਨਵੇਂ ਸਾਲ ਤੋਂ ਆਰੰਭ ਹੋ ਕੇ ਇਸ ਸਾਲ ਦੇ ਸਮਾਪਤੀ ਤਾਈਂ ਕੀ ਉਸ ਨੇ ਕਰਨਾ ਹੈ। ਅੱਜ ਦੀ ਸ਼ੁਰੂਆਤ ਮਹਾਰਾਜ ਵੈਸੇ ਤੇ ਇਸ ਤੋਂ ਪਹਿਲਾਂ ਸ਼ਬਦ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾਮ। ਇੱਥੇ ਪਹਿਲਾਂ ਦੱਸਿਆ ਗਿਆ ਹੈ ਮਨੁੱਖ ਦਾ ਪਰਮਾਤਮਾ ਤੋਂ ਵਿਛੋੜਾ ਹੈ ਤੇ ਉਹ ਕਿਉਂ ਹੈ, ਪਰ ਉਸ ਤੋਂ ਪਹਿਲਾਂ ਜਿਹੜਾ ਮਹੀਨਾ ਆਰੰਭ ਹੁੰਦਾ ਹੈ ਉਸ ਤੋਂ ਬਾਅਦ ਵਿੱਚ ਚੇਤ ਸ਼ਬਦ ਹੈ। ਚੇਤ ਗੋਬਿੰਦ ਅਰਾਧਿਐ ਹੋਵੇ ਆਨੰਦ ਘਣਾ। ਇੱਥੇ ਪਹਿਲਾਂ ਮਹਾਰਾਜ ਇਹ ਗੱਲ ਕਹਿੰਦੇ ਨੇ, ਜੇ ਕਿਤੇ ਤੂੰ ਗੋਬਿੰਦ ਨੂੰ ਧਿਆ ਲਵੇਂ, ਅਜੇ ਧਿਆਇਆ ਨਹੀਂ ਹੈ। ਜਿਵੇਂ ਅਸੀਂ ਇੱਕ ਬੱਚੇ ਨੂੰ ਕਹਿੰਦੇ ਹਾਂ ਜੇ ਕਿਤੇ ਤੂੰ ਪੜ੍ਹਾਈ ਕਰ ਲਵੇਂ ਤੈਨੂੰ ਜ਼ਿੰਦਗੀ ਵਿੱਚ ਕੀ ਕੀ ਮਿਲੇਗਾ, ਇਹ ਕਹਿ ਦਿੰਦੇ ਹਾਂ ਆਪਾਂ। ਜੇ ਤੂੰ ਪੜ੍ਹਾਈ ਕਰ ਲਵੇਂਗਾ ਵੱਡੀ ਨੌਕਰੀ ਲੱਗ ਜਾਏਗਾ, ਵੱਡਾ ਬਿਜ਼ਨਸਮੈਨ ਬਣ ਜਾਏਗਾ। ਐਵੇਂ ਸਤਿਗੁਰੂ ਜੀ ਕਹਿੰਦੇ ਨੇ ਜੇ ਮਨੁੱਖ ਕਿਤੇ ਪਰਮਾਤਮਾ ਦੇ ਨਾਮ ਨੂੰ ਧਿਆਵੇ ਉਸ ਨੂੰ ਪ੍ਰਾਪਤੀ ਕੀ ਹੋਏਗੀ, ਆਨੰਦ ਦੀ। ਕਿਉਂਕਿ ਦੁੱਖ ਤੇ ਸੁੱਖ ਚੱਲਦੇ ਰਹਿੰਦੇ ਨੇ, ਆਨੰਦ ਕਿਸੇ ਕਿਸੇ ਕੋਲ ਹੁੰਦਾ ਹੈ। ਦੁੱਖ ਤੇ ਸੁੱਖ ਮੰਜ਼ਿਲ ਨਹੀਂ ਹੈ। ਜਿਨ੍ਹਾਂ ਘਰਾਂ 'ਚ ਅੱਜ ਸੁੱਖ ਹੈ ਤੇ ਸੁੱਖ ਦਾ ਉਲਟਾ ਹੁੰਦਾ ਹੈ ਦੁੱਖ, ਕੱਲ ਨੂੰ ਦੁੱਖ ਵਿੱਚੋਂ ਬਦਲ ਜਾਏਗਾ। ਜਿੱਥੇ ਅੱਜ ਦੁੱਖ ਨੇ ਸਦਾ ਨਹੀਂ ਰਹਿਣਗੇ, ਦੁੱਖ ਸੁੱਖ ਵਿੱਚ ਬਦਲ ਜਾਣਗੇ। ਦੁੱਖ ਤੇ ਸੁੱਖ ਬਾਰ-ਬਾਰ ਚੱਲਦੇ ਰਹਿੰਦੇ ਨੇ, ਦੁੱਖ ਤੇ ਸੁੱਖ ਚੱਲਦੇ ਹੀ ਰਹਿਣਗੇ, ਪਰ ਜਿਹੜਾ ਆਨੰਦ ਹੈ, ਆਨੰਦ ਕਦੇ ਵੀ ਦੁੱਖ ਵਿੱਚ ਨਹੀਂ ਬਦਲੇਗਾ। ਇਸ ਕਰਕੇ ਕਹਿੰਦੇ ਨੇ ਚੇਤ ਗੋਬਿੰਦ ਅਰਾਧਿਐ। ਗੋਬਿੰਦ ਕਹਿੰਦੇ ਨੇ ਇਸ ਧਰਤੀ ਦਾ ਮਾਲਕ, ਜਿਸ ਨੇ ਇਹ ਧਰਤੀ ਬਣਾਈ ਹੋਈ ਹੈ। ਅਸਲ 'ਚ ਮਨੁੱਖ ਦੀ ਭੁੱਲਣਾ ਇਹ ਹੈ, ਆਪਾਂ ਕਈ ਵਾਰੀ ਕਹਿੰਦੇ ਹਾਂ ਮੇਰੇ ਤੋਂ ਪਤਾ ਨਹੀਂ ਕੀ ਭੁੱਲਣਾ ਹੋਈ ਹੈ। ਜ਼ਿੰਦਗੀ ਦੇ ਵਿੱਚ ਆਨੰਦ ਨਹੀਂ ਹੈ, ਜ਼ਿੰਦਗੀ ਵਿੱਚ ਰਹੱਸ ਨਹੀਂ ਹੈ। ਬਹੁਤ ਕੁਝ ਕਮਾਉਣ ਤੋਂ ਬਾਅਦ ਵੀ ਚਿੰਤਾਵਾਂ ਲੱਗੀਆਂ ਹੋਈਆਂ ਨੇ, ਦੁੱਖ ਲੱਗੇ ਹੋਏ ਨੇ। ਇਹਦਾ ਕਾਰਨ ਕੀ ਹੈ? ਗੁਰੂ ਸਾਹਿਬ ਇਹਦਾ ਇੱਕੋ ਹੀ ਕਾਰਨ ਮੰਨਦੇ ਨੇ। ਤੇ ਮਨੁੱਖ ਕਈ ਵਾਰੀ ਸੋਚਦਾ ਮੈਂ ਕੀ ਪਾਪ ਕੀਤਾ। ਪਾਪ ਵੀ ਮਨੁੱਖ ਇੱਕੋ ਹੀ ਕਰਦਾ ਬਸ, ਬਾਕੀ ਪਾਪ ਤੇ ਉਹ ਇੱਕੋ ਪਾਪ ਤੋਂ ਸਾਰੇ ਪਾਪ ਸ਼ੁਰੂ ਹੁੰਦੇ ਨੇ। ਉਹ ਇੱਕੋ ਹੀ ਪਾਪ ਹੈ ਜਿਹੜਾ ਪਾਪ ਸਾਰਿਆਂ ਹੀ ਦੁੱਖਾਂ ਨੂੰ ਜਨਮ ਦਿੰਦਾ ਹੈ। ਉਹ ਇੱਕੋ ਹੀ ਕਰਮ ਐਸਾ ਹੈ
ਜਿਹੜਾ ਸਾਰਿਆਂ ਹੀ ਬੁਰੇ ਕਰਮਾਂ ਨੂੰ ਸੱਦਾ ਦਿੰਦਾ। ਉਹ ਕਿਹੜਾ ਹੈ? ਪਰਮੇਸ਼ਰ ਦੇ ਭੁੱਲਿਆ। ਪਰਮੇਸ਼ਰ ਨੂੰ ਭੁੱਲਣਾ ਇਹੀ ਪਾਪ ਹੈ, ਔਰ ਪਾਪ ਦੀ ਜ਼ਰੂਰਤ ਨਹੀਂ ਹੈ। ਪਰਮਾਤਮਾ ਨੂੰ ਭੁੱਲ ਜਾਣਾ, ਪਰ ਉਸ ਨੂੰ ਭੁੱਲਣਾ ਕੀ ਹੈ? ਭੁੱਲਣ ਦਾ ਮਤਲਬ ਇਹ ਹੈ, ਜੋ ਉਸ ਨੇ ਚੀਜ਼ਾਂ ਦਿੱਤੀਆਂ ਨੇ, ਜੋ ਪਦਾਰਥ ਦਿੱਤੇ ਨੇ, ਉਹਨਾਂ ਦੇ ਰਸ ਅੰਦਰ, ਉਹਨਾਂ ਦੇ ਸਵਾਦ ਅੰਦਰ ਪਰਮੇਸ਼ਰ ਨੂੰ ਭੁੱਲ ਜਾਣਾ। ਜਿਵੇਂ ਮਹਾਰਾਜ ਨੇ ਗੁਰਬਾਣੀ ਵਿੱਚ 9 ਰਸ ਗਿਣੇ ਨੇ, ਕਹਿੰਦੇ ਇਹ ਜਿਹੜੇ 9 ਰਸ ਨੇ ਨਾ, ਇਹ ਮਨ ਨੂੰ ਵਿਚਲਿਤ ਰੱਖਦੇ ਨੇ। ਪਹਿਲਾ ਰਸ ਕੀ ਹੈ? ਰਸ ਸੋਇਨਾ। ਰਸ ਰੂਪਾ ਕਾਮਣ। ਸੋਇਨਾ ਕਹਿੰਦੇ ਨੇ ਸੋਨੇ ਨੂੰ, ਰੂਪਾ ਕਹਿੰਦੇ ਨੇ ਚਾਂਦੀ ਨੂੰ, ਕਾਮਣ ਕਹਿੰਦੇ ਨੇ ਘਰ ਵਾਲੀ ਨੂੰ, ਘਰ ਵਾਲੀ ਵਾਸਤੇ ਘਰ ਵਾਲਾ। ਰਸ ਸੋਇਨਾ, ਰਸ ਰੂਪਾ ਕਾਮਣ। ਰਸ ਪਰਮਲ ਕੀ ਵਾਸ। ਪਰਮਲ ਦੀ ਵਾਸ ਕਹਿੰਦੇ ਨੇ ਸੁਗੰਧੀਆਂ ਲਾਉਣੀਆਂ, ਸਰੀਰ ਤੇ ਸੁਗੰਧੀਆਂ ਲਾਉਣੀਆਂ, ਘਰ ਵਿੱਚ ਸੁਗੰਧੀਆਂ ਲਾਉਣੀਆਂ। ਇਹਨੂੰ ਡੂੰਘੇ ਤੌਰ ਤੇ ਜਦੋਂ ਅਸੀਂ ਵੇਖਾਂਗੇ, ਮਨੁੱਖ ਸੁਗੰਧੀਆਂ ਦੇ ਵਿੱਚ ਪੈ ਕੇ ਜਿਹੜਾ ਜਿੱਥੋਂ ਸੁਗੰਧੀਆਂ ਆਉਂਦੀਆਂ ਨੇ ਉਹਨੂੰ ਭੁੱਲ ਚੁੱਕਿਆ। ਸਿਰਫ ਸੋਨਾ ਹੀ ਮੇਰੀ ਜ਼ਿੰਦਗੀ ਹੈ, ਉਹਨੂੰ ਇਕੱਠੇ ਕਰੀ ਜਾਣਾ। ਸੋਨੇ ਨੂੰ ਵੇਖ ਕੇ ਪਰਮਾਤਮਾ ਨੂੰ ਭੁੱਲ ਗਿਆ। ਪਰਿਵਾਰ ਨੂੰ ਵੇਖਿਆ, ਹੁਣ ਪਰਿਵਾਰ ਦਾ ਹੀ ਕੰਮ ਕਰੀ ਜਾਂਦਾ। ਪਰਮਾਤਮਾ ਕੌਣ ਹੈ ਇਹਦੇ ਬਾਰੇ ਜਾਣਦਾ ਹੀ ਨਹੀਂ ਹੈ। ਕੌਣ ਹੈ ਪਰਮਾਤਮਾ? ਕੋਈ ਪਤਾ ਨਹੀਂ। ਉਹ ਹੈ ਵੀ ਕਿ ਨਹੀਂ ਹੈ ਇਹ ਵੀ ਨਹੀਂ ਪਤਾ। ਉਹ ਕਿੱਥੇ ਰਹਿੰਦਾ ਹੈ ਇਹ ਵੀ ਨਹੀਂ ਪਤਾ। ਪਹਿਲਾਂ ਤੇ ਇਹੀ ਪਤਾ ਹੋਏ ਉਹ ਹੈ ਕੌਣ ਹੈ ਜਿਹਨੂੰ ਲੱਭ ਰਹੇ ਹਾਂ। ਦੂਜੀ ਗੱਲ, ਫਿਰ ਉਹ ਰਹਿੰਦਾ ਕਿੱਥੇ ਹੈ? ਜੇ ਮਨੁੱਖ ਨੂੰ ਇਹੀ ਨਹੀਂ ਪਤਾ, ਫਿਰ ਇਹ ਤੇ ਪਰਮਾਤਮਾ ਤੇ ਇਹਨੇ ਨਹੀਂ ਜਾਣਿਆ। ਫਿਰ ਜਿਹਨੇ ਪਰਮਾਤਮਾ ਨੂੰ ਨਹੀਂ ਜਾਣਿਆ, ਉਹਦੀ ਜ਼ਿੰਦਗੀ ਠੀਕ ਨਹੀਂ ਹੈ। ਜੋ ਹਜੇ ਤਾਈਂ ਪਰਮਾਤਮਾ ਨੂੰ ਨਹੀਂ ਜਾਣ ਪਾਇਆ, ਉਹ ਕੌਣ ਹੈ? ਫਿਰ ਯਾਦ ਰੱਖਣਾ, ਮਨੁੱਖ ਪਾਪ ਕਰਮ ਤੋਂ ਨਹੀਂ ਹਟੇਗਾ, ਮਾੜੇ ਕਰਮ ਕਰਨ ਤੋਂ ਨਹੀਂ ਹਟੇਗਾ। ਕਿਉਂਕਿ ਬਾਣੀ ਕਹਿੰਦੀ ਹੈ, ਭੈ ਭਾਏ ਤਨ ਖੀਨ ਹੋਏ, ਲੋਭ ਰਤ ਵਿੱਚ ਹੋ ਜਾਏ। ਜਦੋਂ ਤਾਈਂ ਪਰਮੇਸ਼ਰ ਦਾ ਡਰ ਨਹੀਂ ਪਏਗਾ, ਉਦੋਂ ਤਾਈਂ ਲੋਭ ਖਤਮ ਨਹੀਂ ਹੁੰਦਾ। ਔਰ ਜਦੋਂ ਤਾਈਂ ਲੋਭ ਖਤਮ ਨਹੀਂ ਹੁੰਦਾ, ਮਨੁੱਖ ਪਾਪ ਕਰਨ ਤੋਂ ਹਟਦਾ ਹੀ ਨਹੀਂ ਹੈ। ਲੋਭ ਹੀ ਪਾਪ ਕਰਾਉਂਦਾ। ਇਸ ਤੋਂ ਅੱਖਾਂ ਦੀ ਜਿਹੜੀ ਦ੍ਰਿਸ਼ਟੀ ਹੈ, ਮਾੜੀ ਦ੍ਰਿਸ਼ਟੀ, ਇਹੀ ਪਾਪ ਕਰਾਉਂਦੀ ਹੈ, ਕਾਮ ਪਾਪ ਕਰਾਉਂਦਾ ਹੈ। ਇਸ ਕਰਕੇ ਕਹਿੰਦੇ ਲੋਭ ਪਾਪ ਕਰਾਉਂਦਾ। ਲੋਭ ਮੂਲ ਹੈ ਪਾਪਾਂ ਦਾ, ਕਾਮ ਵੀ ਪਾਪਾਂ ਦਾ ਮੂਲ ਹੈ। ਇਹੀ ਇਤੋਂ ਕਰਾਉਂਦੇ ਨੇ। ਇਹ ਰੋਜ਼ ਰੋਜ਼ ਇਹਦੇ ਕਰਮਾਂ ਨੂੰ ਵਿਗਾੜੀ ਜਾਂਦੇ ਨੇ। ਇਹਨੂੰ ਬਾਣੀ ਦੇ ਵਿੱਚ ਹੀ ਆਪ ਜੀ ਰੋਜ਼ ਪੜ੍ਹਦੇ ਹੋ। ਇਹ ਜਿਹੜੀਆਂ ਚੀਜ਼ਾਂ ਨੇ ਇਹ ਕਰਮਾਂ ਨੂੰ ਵਿਗਾੜ ਦਿੰਦੀਆਂ ਨੇ। ਫਿਰ ਮਨੁੱਖ ਵੇਖਦਾ ਮੇਰੇ ਨਾਲ ਇਹ ਵਾਪਰਿਆ ਕੀ ਹੈ। ਪਰ ਅਸਲ 'ਚ ਇਹ ਵੇਖਦਾ ਉਦੋਂ ਹੀ ਹੈ ਜਦੋਂ ਵਾਪਰ ਜਾਂਦਾ ਹੈ, ਉਸ ਤੋਂ ਪਹਿਲਾਂ ਨਹੀਂ ਵੇਖਦਾ। ਜ਼ਿੰਦਗੀ ਵਿੱਚ ਪਰਮਾਤਮਾ ਦਾ ਹੋ ਕੇ ਰਹਿਣ ਦਾ ਮਤਲਬ ਹੈ ਮੁਰਦਾ ਹੋ ਕੇ ਰਹਿਣਾ। ਮੈਨੂੰ ਯਾਦ ਆਉਂਦੀ ਹੈ ਕਹਾਣੀ। ਇੱਕ ਵਾਰ ਇੱਕ ਰਾਜੇ ਨੇ ਜੰਗਲ ਦੇ ਵਿੱਚ ਗਿਆ, ਉੱਥੋਂ ਇੱਕ ਤੋਤਾ ਫੜ ਲਿਆ। ਤੋਤਾ ਫੜ ਕੇ ਲੈ ਆਇਆ, ਬੜਾ ਸੋਨੇ ਦਾ ਉਹਨੇ ਪਿੰਜਰਾ ਬਣਵਾਇਆ, ਉਹਦੇ ਵਿੱਚ ਤੋਤੇ ਨੂੰ ਢੱਕ ਦਿੱਤਾ। ਹੁਣ ਤੋਤਾ ਸਾਰਾ ਦਿਨ ਉਹਦੇ ਵਿੱਚ ਖੇਡਦਾ ਹੈ, ਸਾਰਾ ਦਿਨ ਖੇਡੀ ਜਾਂਦਾ ਹੈ। ਇੱਕ ਦਿਨ ਰਾਜਾ ਫਿਰ ਜੰਗਲ ਵਿੱਚ ਚੋਲਿਆ, ਤੋਤੇ ਨੂੰ ਕਹਿੰਦਾ, ਜੇ ਤੂੰ ਕੋਈ ਉਪਦੇਸ਼ ਦੇਣਾ ਹੈ ਨਾ ਆਪਣੇ ਘਰ ਵਾਲਿਆਂ ਨੂੰ, ਜਿਹੜੇ ਪਿਛਲਿਆਂ ਨੂੰ, ਦੱਸ ਤੇ ਮੈਂ ਉਹਨਾਂ ਨੂੰ ਦੇ ਦਿਆਂਗਾ। ਉਹਦਾ ਤੋਤਾ ਆਂਦਾ ਇੱਕੋ ਹੀ ਉਪਦੇਸ਼ ਦਈ ਉਹਨਾਂ ਨੂੰ ਕਿ ਸੁੱਖ ਤੇ ਬੜੇ ਨੇ, ਪਰ ਜਿਹੜੇ ਸੁੱਖ ਹੁੰਦੇ ਨੇ ਇਹ ਆਜ਼ਾਦੀ ਤੋਂ ਕੁਰਬਾਨ ਨਹੀਂ ਕੀਤੇ ਜਾ ਸਕਦੇ। ਸੁੱਖ ਤੇ ਬੜੇ ਨੇ, ਸੋਨੇ ਦੇ ਪਿੰਜਰੇ 'ਚ ਰਹਿੰਦੇ ਆ। ਐਵੇਂ ਹੀ ਇਹ ਦੁਨੀਆ ਵੀ ਹੈ। ਭਾਵੇਂ ਘਰ ਵਿੱਚ ਰੋਟੀਆਂ ਖਾ ਰਹੇ ਆ, ਸੋਨੇ ਦਾ ਹੀ ਪਿੰਜਰਾ, ਜੇ ਰੱਬ ਦਾ ਨਾਂ ਨਹੀਂ ਹੈ। ਸੋਨੇ ਦਾ ਹੀ ਪਿੰਜਰਾ, ਵੱਡਾ ਘਰ ਹੈ, ਸੋਨੇ ਦਾ ਪਿੰਜਰਾ ਹੈ, ਹੋਰ ਇਸ ਤੋਂ ਵੱਡਾ ਨਹੀਂ ਹੈ। ਕਿਉਂਕਿ ਸੁੱਖ ਹੈ, ਸੁੱਖ ਦੁੱਖ ਵਿੱਚ ਬਦਲ ਜਾਏਗਾ। ਇਸ ਕਰਕੇ ਕਿਹਾ ਜਾਂਦਾ ਕਦੇ ਵੀ ਕਿਸੇ ਨੂੰ ਸਵਰਗਵਾਸੀ ਨਹੀਂ ਕਹਿਣਾ ਚਾਹੀਦਾ। ਕਿਉਂਕਿ ਜਿਹੜਾ ਸਵਰਗ 'ਚ ਹੈ, ਸਵਰਗ ਦਾ ਉਲਟਾ ਨਰਕ ਹੈ, ਕਿਤੇ ਨਰਕ 'ਚ ਆ ਜਾਏਗਾ। ਜਿੰਨੇ ਚਿਰ ਆਤਮਾ ਦੇ ਕਰਮ ਬਣੇ ਹੋਏ ਨੇ, ਸੁੱਖ ਮਿਲਦਾ ਰਹੇਗਾ, ਉਸ ਤੋਂ ਬਾਅਦ ਨਰਕ ਵਿੱਚ ਆ ਜਾਏਗਾ, ਨਰਕਵਾਸੀ ਹੋ ਜਾਏਗਾ। ਇਸ ਕਰਕੇ ਕਹਿੰਦੇ ਨੇ, ਕਹਿੰਦੇ ਉਪਦੇਸ਼ ਦਿੱਤਾ, ਉਹ ਗਿਆ ਰਾਜਾ। ਰਾਜਾ ਸੋਚਦਾ ਗੱਲ ਤੇ ਥੋੜੀ ਭੇਤਪੂਰਨ ਹੈ, ਚਲਾ ਗਿਆ।
ਉਹ ਦਰਖਤ ਦੇ ਥੱਲੇ ਜਾ ਕੇ ਕਹਿੰਦਾ ਹੈ ਵੀ ਉਹ ਤੋਤੇ ਦੇ ਘਰ ਵਾਲੇ ਉਹਨੇ ਉਪਦੇਸ਼ ਦਿੱਤਾ ਹੈ, ਸੁੱਖ ਤੇ ਬੜੇ ਨੇ ਪਰ ਆਜ਼ਾਦੀ ਤੋਂ ਕੁਰਬਾਨ ਨਹੀਂ ਕੀਤੇ ਜਾ ਸਕਦੇ। ਇੰਨੀ ਗੱਲ ਕਹਿਣ ਦੀ ਜ਼ਰੂਰਤ ਸੀ। ਜਿੰਨੇ ਤੋਤੇ ਉੱਤੇ ਬੈਠੇ ਸਾਰੇ ਹੀ ਆ ਕੇ ਥੱਲੇ ਮਰ ਗਏ, ਡਿੱਗਣੇ ਸ਼ੁਰੂ ਹੋ ਗਏ। ਰਾਜਾ ਕਹਿੰਦਾ ਕਮਾਲ ਹੋਇਆ, ਚੰਗੀ ਗੱਲ ਦੱਸੀ ਹੈ, ਸਾਰੇ ਥੱਲੇ ਡਿੱਗ ਗਏ ਨੇ। ਵਾਪਸ ਚਲਾ ਗਿਆ। ਰਾਜੇ ਨੇ ਇਹੀ ਗੱਲ ਜਾ ਕੇ ਉਹਨੂੰ ਦੱਸ ਦਿੱਤੀ ਵੀ ਉੱਥੇ ਮੈਂ ਜਿਹੜੀ ਤੇਰੀ ਗੱਲ ਕਹੀ ਹੈ ਉਹ ਸਾਰੇ ਡਿੱਗ ਗਏ ਸੀ, ਉਹ ਵੀ ਅੰਦਰ ਡਿੱਗ ਗਿਆ ਨਾਲ। ਹੁਣ ਰਾਜਾ ਕਹਿੰਦਾ ਸ਼ਾਹੀ ਤੋਤਾ ਸੀ, ਬੜੇ ਪਿਆਰ ਨਾਲ ਪਾਲਿਆ ਸੀ, ਇਹਨੂੰ ਸ਼ਾਹੀ ਤਰੀਕੇ ਨਾਲ ਇਹਦਾ ਸੰਸਕਾਰ ਕਰਾਂਗੇ। ਉਹਨਾਂ ਪਿੰਜਰਾ ਖੋਲਿਆ, ਪਿੰਜਰਾ ਖੋਲ ਕੇ ਬਾਹਰ ਰੱਖ ਦਿੱਤਾ ਤੋਤਾ। ਬਸ ਜਿਵੇਂ ਬਾਹਰ ਰੱਖਿਆ ਉੱਡ ਗਿਆ, ਮਨਾਰ ਦੇ ਉੱਤੇ ਜਾ ਕੇ ਬਹਿ ਗਿਆ। ਰਾਜਾ ਕਹਿੰਦਾ ਇਹ ਧੋਖਾ ਹੋਇਆ ਹੈ ਮੇਰੇ ਨਾਲ। ਕਹਿੰਦੇ ਇਹ ਧੋਖਾ ਕੀਤਾ ਹੈ। ਉਹਦਾ ਧੋਖਾ ਨਹੀਂ ਹੈ, ਅਸੀਂ ਤੇਰੇ ਨਾਲ ਕਿਉਂ ਧੋਖਾ ਕਰਨਾ ਸੀ, ਅਸੀਂ ਕੋਈ ਧੋਖਾ ਨਹੀਂ ਕੀਤਾ। ਕਹਿੰਦੇ ਫਿਰ ਤੂੰ ਪਿੰਜਰੇ ਚੋਂ ਬਾਹਰ ਚਲਾ ਗਿਆ ਸੀ, ਮੈਂ ਤੈਨੂੰ ਪਾਲਿਆ, ਤੂੰ ਬਾਹਰ ਕਿਉਂ ਗਿਆ? ਕਹਿੰਦੇ ਅਸਲ 'ਚ ਤੂੰ ਉਹਨਾਂ ਦਾ ਸੰਦੇਸ਼ ਲੈ ਕੇ ਆਇਆ ਸੀ ਮੇਰੇ ਕੋਲ। ਉਹਨਾਂ ਨੇ ਸਾਨੂੰ ਸੰਦੇਸ਼ ਕੀ ਦਿੱਤਾ ਹੈ? ਕਹਿੰਦੇ ਜੇ ਜ਼ਿੰਦਗੀ ਵਿੱਚ ਆਜ਼ਾਦੀ ਚਾਹੀਦੀ ਹੈ ਫਿਰ ਮੁਰਦਾ ਹੋ ਜਾ। ਜਿਵੇਂ ਮੁਰਦਾ ਹੋ ਜਾਏਗਾ ਸਾਰੇ ਪਿੰਜਰੇ ਖੁੱਲ ਜਾਣਗੇ ਆਪਣੇ। ਇਸ ਕਰਕੇ ਦੁਨੀਆ ਵਿੱਚ ਜੇ ਆਜ਼ਾਦੀ ਲੈਣੀ ਹੈ, ਦੁਨੀਆ ਵਿੱਚ ਜੇ ਆਤਮਿਕ ਆਨੰਦ ਲੈਣਾ ਹੈ, ਫਿਰ ਗੁਰੂ ਦੇ ਅੱਗੇ ਮੁਰਦਾ ਹੋਣਾ ਪੈਂਦਾ। ਜੋ ਉਹ ਕਹਿੰਦਾ ਉਹ ਮੰਨਣਾ ਪੈਂਦਾ, ਤਾਂ ਹੀ ਆਨੰਦ ਮਿਲਦਾ, ਉਵੇਂ ਆਨੰਦ ਨਹੀਂ ਮਿਲਦਾ। ਆਪਣੀ ਮੱਤ ਦੇ ਨਾਲ ਦੁੱਖ ਤੇ ਮਿਲਦੇ ਨੇ, ਆਨੰਦ ਨਹੀਂ ਮਿਲਦਾ। ਆਪਣੀ ਮੱਤ ਦੇ ਨਾਲ ਸੁੱਖ ਤੇ ਮਿਲ ਜਾਣਗੇ, ਆਨੰਦ ਨਹੀਂ ਮਿਲੇਗਾ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣੇ। ਆਨੰਦ ਜਾਣਿਆ ਜਾਂਦਾ, ਗੁਰੂ ਤੋਂ ਆਨੰਦ ਹੈ ਕੀ ਹੈ ਇਹ ਪਤਾ ਨਹੀਂ ਲੱਗੇਗਾ। ਇਸ ਕਰਕੇ ਚੇਤ ਗੋਬਿੰਦ ਆਰਾਧੀ ਹੈ। ਜੇ ਕਿਤੇ ਗੋਬਿੰਦ ਦੀ ਆਰਾਧਨਾ ਹੋ ਜਾਏ, ਕਿਉਂਕਿ ਆਹ ਜਿਹੜਾ ਸ਼ਬਦ ਹੈ ਨਾ, ਇਸ ਸ਼ਬਦ ਦੇ ਵਿੱਚ ਮਹਾਰਾਜ ਦੋ ਤਿੰਨ ਗੱਲਾਂ ਕਰਦੇ ਨੇ। ਪਹਿਲੀ ਗੱਲ ਤੇ ਇਹ ਗੋਬਿੰਦ ਨੂੰ ਆਰਾਧਨਾ ਹੈ, ਤੇ ਉਹਨੂੰ ਆਰਾਧਨ ਨਾਲ ਕੀ ਹੋਏਗਾ? ਆਨੰਦ ਪੈਦਾ ਹੋਏਗਾ। ਜੇ ਉਹਨੂੰ ਨਾ ਆਰਾਧਿਆ, ਕਹਿੰਦੇ ਫਿਰ ਉਹਦਾ ਆਉਣ ਦਾ ਹੀ ਫਾਇਦਾ ਨਹੀਂ ਹੈ। ਜਿਹਨੇ ਰੱਬ ਨੂੰ ਹੀ ਨਹੀਂ ਨਾ ਜਾਣਿਆ, ਉਹਦਾ ਦੁਨੀਆ ਤੇ ਆਉਣ ਦਾ ਫਾਇਦਾ ਹੀ ਨਹੀਂ ਹੈ। ਇਹ ਵੀ ਗੱਲ ਵਿੱਚ ਹੀ ਕਹਿੰਦੇ। ਜਿਹੜੇ ਮਨੁੱਖ ਨੇ ਮਨੁੱਖਾ ਜਨਮ ਲੈ ਕੇ ਪਰਮੇਸ਼ਰ ਬਾਰੇ ਹੀ ਨਹੀਂ ਜਾਣਿਆ, ਉਹਨੂੰ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਸਤਿਗੁਰੂ ਜੀ ਕਹਿੰਦੇ ਫਿਰ ਉਹਦਾ ਆਉਣ ਦਾ ਫਾਇਦਾ ਹੀ ਨਹੀਂ ਹੋਇਆ, ਆਉਣਾ ਹੀ ਨਹੀਂ ਚਾਹੀਦਾ ਸੀ ਉਹਨੂੰ। ਤੀਜੀ ਗੱਲ ਕਹਿੰਦੇ ਨੇ, ਕਹਿੰਦੇ ਪਹਿਲੀ ਗੱਲ ਤੇ ਇਹ ਆਨੰਦ ਹੁੰਦਾ ਹੈ, ਦੂਜੀ ਗੱਲ ਉਹਨੂੰ ਆਉਣ ਦਾ ਫਾਇਦਾ ਹੀ ਨਹੀਂ ਸੀ। ਫਿਰ ਤੀਜੀ ਗੱਲ ਇੱਕ ਹੋਰ ਵੀ ਕਹਿੰਦੇ ਨੇ, ਜੇ ਉਹ ਤੋਂ ਬਿਨਾਂ ਇੱਕ ਸੈਕਿੰਡ ਵੀ ਜੀਣਾ ਹੈ, ਐਵੇਂ ਸਮਝੋ ਜਿਵੇਂ ਜੀਵਨ ਬਿਰਥਾ ਹੀ ਚਲਾ ਗਿਆ, ਖਤਮ ਹੋ ਗਿਆ ਜੀਵਨ। ਹੁਣ ਮੈਂ ਇੱਕ ਇੱਕ ਕਰਕੇ ਇਹਨਾਂ ਪੰਕਤੀਆਂ ਦੀ ਵਿਆਖਿਆ ਆਪਦੇ ਸਾਹਮਣੇ ਰੱਖਾਂਗਾ। ਪਹਿਲੀ ਤੇ ਗੱਲ ਹੈ, ਉਹਨੂੰ ਆਰਾਧਨਾ ਹੈ, ਆਰਾਧਨ ਦੇ ਨਾਲ ਆਨੰਦ ਪੈਦਾ ਹੋਣਾ। ਸੁੱਖ ਨਹੀਂ ਪੈਦਾ ਹੋਣਾ, ਆਨੰਦ ਪੈਦਾ ਹੋਣਾ। ਸੁੱਖ ਵੱਖਰੀ ਗੱਲ ਹੈ, ਦੁੱਖ ਵੱਖਰੀ ਗੱਲ ਹੈ। ਔਰ ਮੈਂ ਇੱਕ ਹੋਰ ਬੇਨਤੀ ਕਰਦਾ, ਦੁੱਖ ਵੀ ਸਾਰਿਆਂ ਵਾਸਤੇ ਵੱਖੋ ਵੱਖਰੇ ਨੇ। ਇੱਕ ਚੋਰ ਲਈ ਵੀ ਦੁੱਖ ਹੁੰਦਾ ਹੈ। ਦੁੱਖ ਕੀ ਹੈ? ਚੋਰ ਨੇ ਕਿਸੇ ਦੇ ਘਰ ਸੰਨ ਲਾਉਣੀ ਹੈ, ਘਰ ਦੇ ਬਾਹਰ ਗਏ ਨੇ, ਇੱਕ ਦਿਨ ਸ਼ਾਮੀ ਘਰ ਵਾਲੇ ਆ ਜਾਣ, ਨਾਲੋਂ ਨਾਲ ਚੋਰ ਬੜਾ ਦੁਖੀ ਹੋਏਗਾ, ਕਮਾਲ ਹੋ ਗਿਆ, ਤੇ ਸੰਨ ਲਾਉਣੀ ਸੀ, ਦੁਖੀ ਹੋ ਗਿਆ। ਜੇ ਕਿਤੇ ਇੱਕ ਜਿਵੇਂ ਇੱਕ ਦੁਕਾਨਦਾਰ ਹੈ, ਅੱਜ ਉਹਦੇ ਕੋਲ ਗਾਹਕ ਘੱਟ ਆਏ ਨੇ, ਇੱਕੋ ਦਮ ਦੁਖੀ ਹੋ ਜਾਏਗਾ। ਕਿਉਂ? ਉਹਦਾ ਸੁੱਖ ਜੁੜਿਆ ਹੈ ਗਾਹਕਾਂ ਨਾਲ, ਦੁਖੀ ਹੋ ਗਿਆ। ਐਵੇਂ ਹੋਰ ਵੀ ਤਰੀਕੇ ਨਾਲ ਇੱਕ ਬੱਚਾ ਹੈ, ਉਹਨੂੰ ਨੰਬਰ ਚਾਹੀਦੇ ਨੇ, 90% ਨਹੀਂ ਆਏ, ਦੁਖੀ ਹੋ ਗਿਆ। ਹੁਣ ਸੁੱਖ ਕੀ ਹੈ? ਚੋਰ ਚੋਰੀ ਕਰ ਲਏ, ਸੁਖੀ ਹੋ ਜਾਏਗਾ, ਚੋਰ ਵਾਸਤੇ ਸੁੱਖ ਹੈ। ਇਸ ਕਰਕੇ ਇਸ ਚੋਰ ਦਾ ਸੁੱਖ ਵੱਖਰਾ ਹੈ, ਇੱਕ ਸਾਧੂ ਦਾ ਸੁੱਖ ਵੱਖਰਾ ਹੈ, ਇੱਕ ਗ੍ਰਸਤੀ ਦਾ ਸੁੱਖ ਵੱਖਰਾ ਹੈ। ਸੁੱਖ ਸਾਰਿਆਂ ਵਾਸਤੇ ਹੁੰਦੇ ਨੇ, ਦੁੱਖ ਸਾਰਿਆਂ ਵਾਸਤੇ ਹੁੰਦੇ ਨੇ, ਪਰ ਆਨੰਦ ਵੱਖਰੋ ਵੱਖਰਾ ਨਹੀਂ ਹੁੰਦਾ, ਆਨੰਦ ਇੱਕੋ ਹੀ ਹੁੰਦਾ ਹੈ। ਆਨੰਦ ਇੱਕੋ, ਆਨੰਦ ਵੱਖੋ ਵੱਖਰਾ ਨਹੀਂ ਹੁੰਦਾ। ਆਨੰਦ ਦੇ ਵਿੱਚ ਫਰਕ ਨਹੀਂ ਹੈ, ਆਨੰਦ ਇੱਕੋ ਹੀ ਹੈ। ਜਿਸ ਦਿਨ ਚੋਰ ਨੂੰ ਆਏਗਾ ਉਹ ਵੀ ਉਹੋ ਜਿਹਾ ਹੀ ਬਣ ਜਾਏਗਾ, ਜਿਸ ਦਿਨ ਇੱਕ ਸਾਧੂ ਨੂੰ ਆਏਗਾ ਉਹ ਵੀ ਉਹੋ ਜਿਹਾ ਬਣ ਜਾਏਗਾ। ਦੋਵਾਂ ਦੀਆਂ ਆਦਤਾਂ ਇੱਕ ਹੋ ਜਾਣਗੀਆਂ। ਇਸ ਕਰਕੇ ਕਹਿੰਦੇ ਨੇ ਭਾਵੇਂ ਕੋਈ ਚੋਰ ਰਿਹਾ ਹੋਏ, ਜਿਸ ਦਿਨ ਪਰਮਾਤਮਾ ਦੇ ਆਨੰਦ ਵਿੱਚ ਪਹੁੰਚ ਗਿਆ ਉਹ ਫਿਰ ਚੋਰ ਨਹੀਂ ਰਹਿੰਦਾ, ਉਹਦਾ ਆਨੰਦ ਵੱਖੋ ਵੱਖਰਾ ਹੋ ਜਾਂਦਾ, ਆਨੰਦ ਇੱਕ ਹੋ ਗਿਆ। ਹਜੇ ਜਿਹੜਾ ਮਨ ਹੈ ਹਜੇ ਖਿੰਡਿਆ ਹੋਇਆ ਹੈ,
ਗੋਬਿੰਦ ਨੂੰ ਕਿਉਂ ਨਹੀਂ ਧਿਆਰਿਆ? ਇਹ ਰਸਾਂ ਦੇ ਵਿੱਚ ਖਿੰਡਿਆ ਹੋਇਆ ਹੈ। ਪਰਮਾਤਮਾ ਨੇ ਇਹਨੂੰ ਖਾਣ ਨੂੰ ਰੋਟੀ ਦਿੱਤੀ ਹੈ, ਸਿਰਫ ਉਹਦਾ ਹੀ ਸਵਾਦ ਲੈਂਦਾ, ਉਹਦੇ ਵਿੱਚ ਹੀ ਉਲਝ ਗਿਆ। ਬਸ ਰੋਟੀ ਹੀ ਇਕੱਠੀ ਕਰਨ ਲੱਗ ਗਿਆ, ਉਹਦੇ ਵਿੱਚ ਹੀ ਉਲਝ ਗਿਆ। ਪਰਮਾਤਮਾ ਨੇ ਇਹਨੂੰ ਪਰਿਵਾਰ ਦਿੱਤਾ ਸੀ, ਇਹ ਸੋਚਦਾ ਇਹ ਪਰਿਵਾਰ ਤੇ ਮੈਨੂੰ ਦਿੱਤਾ ਹੈ, ਮਿਲਿਆ ਤੇ ਕਰਮਾਂ ਦਾ। ਜਿੰਨੇ ਵੀ ਜੀ ਮਿਲੇ ਨੇ ਪਰਿਵਾਰ 'ਚ, ਐਵੇਂ ਨਹੀਂ ਮਿਲੇ, ਕਰਮ ਨੇ ਉਹਨਾਂ ਜੀਆਂ ਦੇ ਵੀ, ਆਪਣੇ ਵੀ। ਉਹਨਾਂ ਦੇ ਅੰਦਰ ਜਿਹੜੀਆਂ ਜੀਵ ਆਤਮਾਵਾਂ ਨੇ, ਸਾਰਿਆਂ ਅੰਦਰ ਉਹਨਾਂ ਦੇ ਕਰਮ ਤੇ ਇਹਦੇ ਕਰਮ ਮਿਲ ਕੇ ਫਿਰ ਸੰਜੋਗ ਬਣਦਾ ਹੈ। ਸੰਜੋਗ ਵਿਜੋਗ ਦੋਏ ਕਾਰ ਚਲਾਵੇ, ਲੇਖੇ ਆਵਹਿ ਭਾਗ। ਜਿਹੋ ਜਿਹੋ ਜਿਹੇ ਜੀਆਂ ਦੇ ਭਾਗ ਨੇ, ਉਹਦੇ ਅਨੁਸਾਰ ਪਰਿਵਾਰ ਬਣਦਾ ਹੈ। ਆ ਇੱਕ ਵਾਰੀ ਨਹੀਂ ਬਣਿਆ, ਅੱਗੇ ਫਿਰ ਬਣ ਜਾਏਗਾ। ਆ ਜਿਹੜੀ ਜੀਵ ਅੰਦਰ ਜੀਵ ਆਤਮਾ ਹੈ, ਇਸ ਦੇ ਅੰਦਰ ਜੋ ਵੀ ਅਸੀਂ ਕਰਦੇ ਹਾਂ ਉਹ ਲਿਖਿਆ ਜਾਂਦਾ ਹੈ। ਫਿਰ ਉਹੋ ਜੀ ਮਾਂ ਜਦੋਂ ਮਿਲਦੀ ਹੈ, ਫਿਰ ਜਨਮ ਹੁੰਦਾ। ਉਸ ਤੋਂ ਪਹਿਲਾਂ ਜਨਮ ਵੀ ਨਹੀਂ ਹੁੰਦਾ। ਮਾਂ ਦੇ ਕਰਮ ਤੇ ਜਿਹਨੇ ਜਨਮ ਲੈਣਾ ਹੈ, ਉਹਦੇ ਕਰਮ ਆਪਸ ਵਿੱਚ ਮਿਲਣਗੇ ਤੇ ਜਨਮ ਹੋਏਗਾ, ਨਹੀਂ ਹੋਏਗਾ। ਹੁੰਦਾ ਹੀ ਜਨਮ ਉਸ ਦਿਨ ਹੈ। ਇਸ ਕਰਕੇ ਜਿਹੜੀ ਮਾਂ ਹੈ, ਉਹ ਜੇ ਬੰਦਗੀ ਵਾਲੀ ਹੋਏਗੀ, ਰੂਹ ਬੰਦਗੀ ਵਾਲੀ ਜਨਮ ਲਏਗੀ। ਜੇ ਰੂਹ ਮਾਂ ਬੰਦਗੀ ਵਾਲੀ ਨਹੀਂ ਹੈ, ਫਿਰ ਦੂਜੀ ਰੂਹ ਵੀ ਜਨਮ ਲੈ ਲੈਂਦੀ ਹੈ। ਇਸ ਕਰਕੇ ਕਹਿੰਦੇ ਨੇ ਆ ਮਨੁੱਖਾ ਦੇਹੀ ਹੈ ਜਿਹੜੀ, ਇਹਨੂੰ ਦੇਵਤੇ ਵੀ ਤਰਸਦੇ ਨੇ, ਪਰ ਦੇਵਤੇ ਜਨਮ ਨਹੀਂ ਲੈਂਦੇ। ਕਿਉਂ? ਸਾਧਾਰਨ ਕੁੱਖ ਚੋਂ ਜਨਮ ਲੈ ਹੀ ਨਹੀਂ ਸਕਦੇ। ਉਹੋ ਜਿਹੀ ਮਾਂ ਮਿਲੇਗੀ ਤੇ ਜਨਮ ਲੈਣਗੇ। ਹੁਣ ਕਲਯੁਗ ਦੇ ਅੰਦਰ ਐਸੀ ਮਾਵਾਂ ਦਾ ਮਿਲਣਾ ਤੇ ਔਖਾ ਹੈ। ਬੰਦਗੀ ਵਾਲੀਆਂ ਮਾਵਾਂ ਦਾ, ਸਤਸੰਗੀ ਮਾਵਾਂ ਦਾ ਮਿਲਣਾ ਔਖਾ ਹੈ। ਜੋ ਸਵੇਰੇ ਬੰਦਗੀ ਕਰਦੀ ਹੋਏ, ਰੱਬ ਰੱਬ ਕਰਦੀ ਹੋਏ, ਔਰ ਸਿਰਫ ਰੱਬ ਨੂੰ ਹੀ ਸਭ ਕੁਝ ਸਮਝਦੀ ਹੋਏ, ਬੜੇ ਘੱਟ ਜੀ ਨੇ। ਹਰੇਕ ਕੋਈ ਨਹੀਂ ਹੁੰਦਾ। ਜਪ ਜਪ ਉਤੋਂ ਕੀਤਾ ਜਾ ਸਕਦਾ ਹੈ। ਮਹਾਰਾਜ ਕਹਿੰਦੇ ਨੇ, ਕਿਆ ਜਪ ਕਿਆ ਤਪ ਕਿਆ ਵਰਤ ਪੂਜਾ, ਜਬ ਲਗ ਹਿਰਦੈ ਭਾਉ ਹੈ ਦੂਜਾ। ਜਦੋਂ ਤੇ ਦੂਜਾ ਭਾਵ ਅੰਦਰ ਹੈ, ਉਤੋਂ ਵਾਹਿਗੁਰੂ ਵਾਹਿਗੁਰੂ ਕਰੀ ਜਾਏਗਾ। ਜੇ ਅੰਦਰ ਭਾਵ ਹੀ ਠੀਕ ਨਹੀਂ ਹੈ, ਫਿਰ ਉਹ ਭਾਵ ਫਲ ਨਹੀਂ ਲੱਗੇਗਾ। ਭਾਵ ਹੀ ਮਾੜਾ ਹੈ ਜਦੋਂ। ਇਸ ਕਰਕੇ ਕਹਿੰਦੇ ਨੇ, ਮਾਂ ਮਿਲ ਜਾਏ ਵੈਸੀ ਜਨਮ ਤਾਂ ਹੁੰਦਾ, ਉਵੇਂ ਨਹੀਂ ਹੁੰਦਾ। ਇਸ ਕਰਕੇ ਦੁਬਾਰਾ ਜਿਹੜੇ ਮਨੁੱਖ ਦੇ ਕਰਮ ਨੇ, ਇਹ ਬਦਲਦੇ ਜਾਂਦੇ ਨੇ। ਪਰਿਵਾਰ ਦਾ ਜਨਮ ਹੋਇਆ, ਸਾਰੇ ਪਰਿਵਾਰ ਦੇ ਜੀਆਂ ਦੇ ਕਰਮ ਨੇ ਆਪੋ ਆਪਣੇ, ਉਹਨਾਂ ਕਰਮਾਂ ਦਾ ਨਿਬੇੜਾ ਕਰਨ ਲਈ ਹੀ ਜਨਮ ਹੋਇਆ। ਮਨਮੁਖ ਜਾਣੈ ਆਪਣੇ, ਧੀਆਂ ਪੂਤ ਸੰਜੋਗ। ਇਹ ਤੇ ਸੰਜੋਗ ਹੈ ਸਾਰਿਆਂ ਦੇ ਨਾਲ। ਹੁਣ ਪਰਮਾਤਮਾ ਨੇ ਧੀਆਂ ਪੁੱਤਰ ਦਿੱਤੇ ਨੇ, ਉਹਨਾਂ ਨਾਲ ਜੁੜ ਕੇ ਰਹਿ ਗਿਆ। ਬਸ ਦਾਤ ਪਿਆਰੀ ਵਿਸਰਿਆ ਦਾਤ, ਪਰਮਾਤਮਾ ਭੁੱਲ ਗਿਆ। ਹੁਣ ਪੁੱਤਰ ਦੇ ਨਾਲ ਤੇ ਮੋਹ ਹੈ, ਹੁਣ ਉਹਦੇ ਮੋਹ ਕਰਕੇ ਹੀ ਪਾਪ ਕਰੀ ਜਾਂਦਾ। ਉਹਦੇ ਮੋਹ ਕਰਕੇ ਡਰਦਾ ਹੀ ਨਹੀਂ ਹੈ। ਉਹਦੇ ਮੋਹ ਵਿੱਚ ਐਸਾ ਜੁੜ ਗਿਆ, ਬਾਣੀ ਕਹਿੰਦੀ ਐਸਾ ਜੁੜ ਗਿਆ ਧੀ ਦੇ ਮੋਹ ਵਿੱਚ, ਐਸਾ ਜੁੜ ਗਿਆ ਘਰ ਵਾਲੀ ਦੇ ਮੋਹ ਵਿੱਚ। ਬਾਹਰ ਪਾਪ ਕਰਨ ਜਾਂਦਾ ਹੈ, ਵਲਵੰਚ ਕਰਕੇ ਰੋਟੀ ਲਿਆਉਂਦਾ, ਪਤਾ ਹੀ ਨਹੀਂ ਲੱਗਣ ਦਿੰਦਾ ਕੀ ਕਰੀ ਜਾਂਦਾ। ਸਤਿਗੁਰ ਕਹਿੰਦੇ ਨੇ, ਬਹੁ ਪਰ ਪੰਚ ਕਰ ਪਰ ਧਨ ਲਿਆਵੈ ਮੋਹ ਵਿੱਚ। ਉਵੇਂ ਨਹੀਂ ਕਮਾਉਂਦਾ ਮਨੁੱਖ। ਮਨੁੱਖ ਪਾਪ ਕਰਦਾ ਹੈ ਲੋਭ ਦੇ ਪਿੱਛੇ ਲੱਗ ਕੇ, ਮਨੁੱਖ ਪਾਪ ਕਰਦਾ ਹੈ ਮੋਹ ਦੇ ਪਿੱਛੇ ਲੱਗ ਕੇ। ਪਰ ਸਤਿਗੁਰ ਕਹਿੰਦੇ, ਜਿਹੜੇ ਮੋਹ ਪਿੱਛੇ ਤੂੰ ਪਾਪ ਕਰ ਰਿਹਾ ਹੈ, ਇਹ ਮੋਹ ਤੇ ਸਦਾ ਰਹਿਣਾ ਹੀ ਨਹੀਂ। ਕਿੰਨੇ ਸਾਲ ਰਹੇਗਾ? ਬਾਣੀ ਕਹਿੰਦੀ ਹੈ 70 ਸਾਲ 80 ਸਾਲ 90, ਹੋਰ ਅੱਗੇ ਨਹੀਂ। ਘੜੀ ਮੋਹਤ ਕਾ ਪਹੁਣਾ ਕਾਜ ਸਵਾਰਨ ਹਾਰ। ਘੜੀ ਦਾ ਹੈ ਪ੍ਰਾਹੁਣਾ, ਇੱਥੇ ਕਾਰਜ ਸਵਾਰਨ ਲੱਗ ਪਿਆ, ਮੇਰੇ ਤੋਂ ਬਿਨਾਂ ਕਾਰਜ ਸਿਮਰਨੇ ਹੀ ਨਹੀਂ। ਕਹਿੰਦੇ ਐਸਾ ਨਹੀਂ ਹੈ, ਤੂੰ ਇੱਥੇ ਨਾ ਹੋਵੇਂਗਾ ਤਾਂ ਵੀ ਕਾਰਜ ਚੱਲਦੇ ਹੀ ਰਹਿਣੇ ਨੇ। ਦੁਨੀਆ ਥੋੜੀ ਨਾ ਰੁਕ ਜਾਣੀ ਹੈ। ਬੜੀ ਦੁਨੀਆ ਚਲੀ ਗਈ ਹੈ ਕਿ ਦੁਨੀਆ ਰੁਕ ਗਈ ਹੈ। ਇੱਥੇ ਕੁਝ ਨਹੀਂ ਰੁਕਣਾ। ਐਵੇਂ ਹੀ ਸੂਰਜ ਚੜ੍ਹਨਾ ਹੈ, ਐਵੇਂ ਹੀ ਚੰਦਰਮਾ ਚੜ੍ਹਨਾ ਹੈ। ਵੱਡੇ ਵੱਡੇ ਲੀਡਰ ਹੋ ਕੇ ਚਲੇ ਗਏ ਨੇ ਕਿ ਦੇਸ਼ ਰੁਕ ਗਏ ਨੇ, ਨਹੀਂ ਰੁਕਦੇ। ਪਰਿਵਾਰ ਚੋਂ ਵੱਡੇ ਵੱਡੇ ਜੀ ਚਲੇ ਜਾਂਦੇ ਨੇ ਕਿ ਦੁਨੀਆ ਰੁਕ ਜਾਂਦੀ ਹੈ, ਨਹੀਂ ਰੁਕਦੀ। ਇਹ ਐਵੇਂ ਹੀ ਚੱਲਦੀ ਹੈ। ਪਰ ਪਰਮਾਤਮਾ ਨੂੰ ਮਨੁੱਖ ਭੁੱਲ ਜਾਂਦਾ ਹੈ ਮੋਹ ਵਿੱਚ ਲੱਗ ਕੇ। ਜਦੋਂ ਮੋਹ ਵਿੱਚ ਲੱਗ ਕੇ ਕਮਾਈ ਕਰਦਾ ਹੈ, ਫਿਰ ਉਹਦੇ ਵਿੱਚ ਪਰਮਾਤਮਾ ਦਾ ਡਰ ਨਹੀਂ ਰੱਖਦਾ। ਇਹਨੂੰ ਇਹ ਨਹੀਂ ਹੁੰਦਾ ਮੈਂ ਆਪਣਾ ਹਿੱਸਾ ਨਹੀਂ, ਦੂਜੇ ਦਾ ਹਿੱਸਾ ਕਮਾ ਕੇ ਲੈ ਜਾ ਰਿਹਾ ਤੇ ਆਪਣੇ ਪਰਿਵਾਰ ਨੂੰ ਖਵਾਉਣ ਲੱਗਾ। ਪਰ ਇਹ ਜਿਹੜਾ ਪਾਪ ਮੈਂ ਕਮਾ ਰਿਹਾ ਭੁਗਤਣਾ ਤੇ ਮੈਨੂੰ ਇਕੱਲੇ ਨੂੰ ਪੈਣਾ, ਪਰਿਵਾਰ ਨੇ ਥੋੜੀ ਨਾ ਵਿੱਚ ਸਹਾਇਤਾ ਹੋ। ਪਰਿਵਾਰ ਤੇ ਉਦੋਂ ਤੇ ਹੀ ਸੰਗੀ ਸਾਥੀ ਹੈ ਜਦੋਂ ਤਾਈਂ ਪ੍ਰਾਣ ਨੇ। ਜਦੋਂ ਹੀ ਪ੍ਰਾਣ ਗਏ, ਸਾਰੇ ਹੀ ਸਾਥ ਛੱਡ ਕੇ ਖਲੋ ਜਾਂਦੇ ਨੇ ਸਾਈਡ।
प्राण जांदे प्राण गए कहो कहा की माया, कहदी माया, फिर कोई नहीं पता। जदों ते प्राण ने उदों ते परिवार है, जदों भी प्राण निकल गए ने घर उस दिन ही पराया हो जाना, गड्डियां उस दिन ही पराइयां हो जानियां, सब कुछ उस दिन ही पराया। इस करके कहते ने मनुख रस विच लग्या होया, काहदे मोह दे, लोभ दे रस विच लग्या होया, हंकार दे रस विच लग्या होया। ये रस ही इतों पाप कराउंदा है। पाप करने का मतलब परमात्मा नूं भुल जांदा है। फिर जिवें ही मनुख परमात्मा नूं भुलदा है, दुख ही दुख ने, फिर कष्ट ही कष्ट ने। फिर कष्ट किसी भी रूप च आई जाते हैं। कदे कोई विघन लग जाता है घर के किसी काम च, कदे बच्चों के रूप में आ जाते हैं, कदे पड़ोसियों के रूप में आ जाते हैं, कदे रिश्तेदारों के रूप में आ जाते हैं, आ किसी भी रूप च जाते हैं। क्योंकि जो जो मनुख ने किया है वो फिर भुगतान तो यदा होना होंदा है। भुगतान किसी के रूप में भी हो सकता है, वो वक्री गल है। भुगतान परमात्मा किहड़े रूप च कराएगा वो इनू नहीं पता। हुण साहब कहते हैं चेत गोविंद आराधी है, होवे आनंद घना, तेनू आनंद मिलेगा बहुत ज़्यादा, परमानंद। जिथे ना दुख होएगा ना सुख होएगा, सिर्फ आनंद। और याद रखना साध संगत, जेड़े आनंद विच नहीं, जरूरी नहीं वो किसी वड्डे घर विच रहिंदे होण, ये जरूरी नहीं है। और ये भी जरूरी नहीं है जिहड़ा वड्डे घर विच रहिंदा है उहदे कोल आनंद नहीं होएगा। राजा जनक होया, राजा भी सी, भगत वड्डा राजा जनक है, गुरमुख माया विच उदासी, ये भी जरूरी नहीं। आनंद वास्ते ये जरूरी नहीं वड्डा मकान होए, नहीं। और आनंद वास्ते ये भी जरूरी नहीं है छोटी झोपड़ी विच रहिंदे आनंद नहीं आ सकता, आ सकता है। आनंद किते भी आ सकता है। ये जरूरी नहीं है अमीरी जिहड़ी वड्डे मकान विच वड्डे महल विच ही आएगी, अमीरी छोटी झोपड़ी विच भी आ सकती है, आनंद उत्थे भी आ सकता है। मैनूं याद आउंदी है वह गाथा, एक बारी एक चोर एक साध की कुल्ली दे विच वड़ गया। ठंड का टाइम सी, चोरी करन वड़िया। हुण उहनूं उत्थों की लभे साध की कुल्ली चों, वो तो आराम नाल बैठा बंदगी कर रहा सी। ठंड बड़ी सी, चोर वापस चलिया। वो साधु कहंदा है, चोर आया तो तू बड़ी आस लैके सी, ते मेरे द्वारे तो कोई खाली कदे नहीं मुड़िया। और तो मेरे को कुछ नहीं, एक कंबल है, ठंड बड़ी है, आ कंबल ही तू लै जा, और तो कुछ नहीं। चोर नालों नाल ही उहदे कदम ही पै गया। कहंदे बड़े वड्डे वड्डे घरां च चोरी कीती है, मैं तो उन्हां नूं अमीर समझदा, अमीरी ते तेरे कोलों पता लगी, अमीर ते तू है सारिआं चों। अणहुंदे आप वंडाए, तू तो अणहुंदियां भी वंडा रहे हैं। कहंदे आ नाल दी नाल उहने दित्ती, आ लै जा कंबल। कहंदे उहदे चरनी पै गया, तेरे तो वड्डा अमीर दुनिया च कोई नहीं है, तेरे तो वड्डा आनंद विच कोई नहीं है। इस करके आनंद ये मत जानना कदी, मनुख ये समझदा है बड़ा आनंद आएगा जिस दिन हैलीकॉप्टर हो जाएगा, आनंद आएगा। पदार्थ आनंद नहीं हैं। और यह भी गल नहीं पदार्थ त्यागना भी आनंद नहीं है, यही मैं समझना। पदार्थ भी आनंद नहीं हैं, पदार्थों का त्याग भी आनंद नहीं है, पदार्थों का संयम आनंद है। संयम, प्रशादा खाना है, किन्ना खाना है, पता लगे, वो आनंद है। अजकल पूरे विश्व के विच एक समस्या बड़ी ज़्यादा चल रही है, उन्होंने कहते हैं मोटापे की, ओबेसिटी की। कारण की है इहदा? सारे विश्व में ही है ये समस्या ज़्यादा है, क्योंकि मनुख स्वाद के अधीन खा तो लैंदा है, उन्ना कर्म नहीं करता। स्वाद के अधीन उतों फिर जिमें खांदा है स्वाद के कोल और रोग खड़ा हो जाता है। हुण स्वाद दे विच ये भी भुल जाता है जो मैं खा रहा ये मैनूं कितना नुकसान पहुँचाएगा, ये भी भुल जाता है। हुण जदों स्वाद आउंदा है उहदे विच ये भी भुल जाता है कितना मैं खाना है, ये भी भुल जाता है। यही फिर रोग पैदा कर दिंदा है। असल दे विच स्वाद ही रोग पैदा करते हैं। बाणी ये कहती है बहु साधों उपजे रोग, स्वाद तो ही रोग उपजते हैं। जिवें मनुख भोजन के स्वाद विच जांदा है शरीर खराब हो जाता है, इवें मनुख लोभ दे विच मोह दे विच अपने मन नूं खराब कर लैंदा है। इनू गुरबाणी दे विच महाराज कहंदे ने हर बिसरत तेरे गुण गलिया। हरि नूं विसरदियां गुण गल जांदे ने। इस करके जेड़ा आनंद है,
ਆਨੰਦ ਦੀ ਕੋਈ ਇਹ ਸੀਮਾ ਨਹੀਂ ਹੈ। ਆਨੰਦ ਕਿਹਦੇ ਕੋਲ ਹੋਏਗਾ ਇਹ ਜ਼ਰੂਰੀ ਨਹੀਂ। ਆਨੰਦ ਦੇ ਵਾਸਤੇ ਵੱਡੇ ਮਕਾਨ 'ਚ ਰਹਿਣਾ ਜ਼ਰੂਰੀ ਹੈ, ਇਹ ਜ਼ਰੂਰੀ ਨਹੀਂ ਹੈ। ਆਨੰਦ ਵਾਸਤੇ ਵੱਡੇ ਸਾਧਨ ਹੋਣ ਨਹੀਂ। ਔਰ ਮਹਾਰਾਜ ਸਾਹਿਬ ਨੇ ਆਨੰਦ ਦੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੱਸਿਆ, ਕਿਤੇ ਆਨੰਦਪੁਰ ਸਾਹਿਬ ਦਾ ਕਿਲਾ ਹੈ, ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਛੀਵਾੜੇ 'ਚ ਬੈਠੇ ਨੇ। ਹੁਣ ਮਾਛੀਵਾੜੇ 'ਚ ਪੈਰਾਂ ਵਿੱਚ ਜੋੜਾ ਵੀ ਨਹੀਂ ਹੈ, ਚੋਲਾ ਵੀ ਜਿਹੜਾ ਉਹ ਥੋੜਾ ਥੋੜਾ ਛਿੱਜ ਗਿਆ, ਕੰਡੇ ਵੱਜ ਵੱਜ ਕੇ ਥੋੜਾ ਪਟ ਗਿਆ। ਸਤਿਗੁਰੂ ਜੀ ਮਹਾਰਾਜ ਉੱਥੇ ਹੀ ਲੰਮੇ ਪਏ ਹਨ ਤੇ ਉੱਥੇ ਬੈਠ ਕੇ ਵੀ ਕੀ ਕਹਿੰਦੇ ਨੇ, ਆਨੰਦ ਦੀ ਗੱਲ ਕਹਿੰਦੇ ਨੇ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਡਣ। ਹੈ ਪਰਮਾਤਮਾ ਤੇਰੇ ਤੋਂ ਬਿਨਾ ਰੋਗ ਹੀ ਹੈ ਰਜਾਈਆਂ। ਜੇ ਪਰਮਾਤਮਾ ਤੂੰ ਹੀ ਯਾਦ ਨਹੀਂ ਆ ਰਿਹਾ, ਕੀ ਕਰਨਾ ਅਸੀਂ ਰਜਾਈਆਂ ਨੂੰ? ਰੋਗ ਪੈਦਾ ਕਰਨਗੀਆਂ ਰਜਾਈਆਂ। ਕਿਉਂ? ਸਵੇਰੇ ਉੱਠੇਗਾ ਨਹੀਂ, ਬੰਦਗੀ ਕਰੇਗਾ ਨਹੀਂ, ਮਨ ਖਰਾਬ ਹੋ ਜਾਏਗਾ, ਮਨ ਵਿਚਲਿਤ ਹੋ ਜਾਏਗਾ। ਬੰਦਗੀ ਕਰੇਗਾ ਨਹੀਂ, ਰੋਜ਼ ਰੋਜ਼ ਮਨ ਖਰਾਬ ਹੀ ਹੁੰਦਾ ਜਾਏਗਾ। ਰੋਜ਼ ਰੋਜ਼ ਮਨੁੱਖ ਜੇ ਬੰਦਗੀ ਨਹੀਂ ਕਰਦਾ, ਪਰਮਾਤਮਾ ਤੋਂ ਦੂਰ ਹੀ ਜਾ ਰਿਹਾ ਹੈ। ਜੇ ਉਹਨੂੰ ਯਾਦ ਨਹੀਂ ਕਰ ਰਿਹਾ, ਫਿਰ ਨੇੜੇ ਨਹੀਂ ਜਾ ਰਿਹਾ, ਆਪਣੇ ਆਪ ਤੋਂ ਵੀ ਦੂਰ ਜਾ ਰਿਹਾ। ਇਹਨੂੰ ਆਪਣੇ ਆਪ ਦਾ ਵੀ ਨਹੀਂ ਪਤਾ ਕੀ ਹੈ। ਹੁਣ ਇਹ ਕਹਿੰਦੇ ਨੇ ਮਹਾਰਾਜ, ਆਨੰਦ ਤੇ ਹੈ, ਆਨੰਦ ਮਿਲੇਗਾ ਕਿੱਥੋਂ? ਹੁਣ ਆਨੰਦ ਮਿਲਣ ਦਾ ਐਡਰੈਸ ਵੀ ਦੱਸਦੇ ਨੇ। ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ। ਮਿਲੇਗਾ ਕਿੱਥੋਂ? ਸਤ ਸੰਗਤ ਵਿੱਚੋਂ। ਆਨੰਦ ਉੱਥੋਂ ਮਿਲੇਗਾ। ਸਤ ਸੰਗਤ ਵਿੱਚ ਜਾ ਕੇ ਪਤਾ ਲੱਗਦਾ, ਜਿੱਥੇ ਗੁਰੂ ਦੀ ਕਥਾ ਹੁੰਦੀ ਹੋਏ, ਕੀਰਤਨ ਹੁੰਦਾ ਹੋਏ, ਪਰਮਾਤਮਾ ਦੀ ਸਿਫਤ ਸਲਾਹ ਦੇ ਸ਼ਬਦ ਗਾਏ ਜਾਂਦੇ ਹੋਣ, ਉੱਥੇ ਪਤਾ ਲੱਗੇਗਾ ਆਨੰਦ ਕੀ ਹੈ। ਆਨੰਦ ਤੇ ਸਾਰੇ ਹੀ ਕਹਿੰਦੇ ਨੇ। ਮਾੜੀ ਕਹਿੰਦੀ ਆਨੰਦ ਆਨੰਦ ਸਭ ਕੋ ਕਹੈ। ਇੱਥੇ ਤਾਂ ਕੋਈ ਰੋਟੀ ਖਾਂਦਾ ਕਹਿੰਦੇ ਆਨੰਦ ਆ ਗਿਆ, ਰੋਟੀ ਖਾ ਕੇ ਆਨੰਦ ਆਨੰਦ ਆ ਗਿਆ। ਫਿਰ ਜੇ ਆਨੰਦ ਆ ਗਿਆ, ਫਿਰ ਅਗਲੇ ਪੈਰ ਹੁਣ ਸਵੇਰੇ ਕਹਿੰਦਾ ਆਨੰਦ ਹੈ, ਸ਼ਾਮੀ ਰੋ ਰਿਹਾ ਹੁੰਦਾ, ਫਿਰ ਆਨੰਦ ਤੇ ਨਹੀਂ ਆਇਆ। ਜਿੱਥੇ ਆਨੰਦ ਆ ਗਿਆ ਉੱਥੇ ਹਰਖ ਵੀ ਨਹੀਂ ਹੈ, ਸੋਗ ਵੀ ਨਹੀਂ ਹੈ। ਹਰਖ ਸ਼ੋਕ ਜਾ ਕੇ ਨਹੀਂ ਵੈਰੀ ਮੀਤ ਸਮਾ। ਹਰਖ ਵੀ ਨਹੀਂ, ਸੋਗ ਵੀ ਨਹੀਂ, ਵੈਰੀ ਵੀ ਨਹੀਂ, ਮਿੱਤਰ ਵੀ ਨਹੀਂ, ਉੱਥੇ ਆਨੰਦ ਹੁੰਦਾ ਹੈ। ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ। ਇਸ ਰਸਨਾ ਦੇ ਦੁਆਰਾ ਉਹ ਪਰਮਾਤਮਾ ਦਾ ਨਾਮ ਲਿਆ ਜਾਏ, ਉੱਥੋਂ ਆਨੰਦ ਪ੍ਰਾਪਤ ਹੁੰਦਾ। ਰੋਜ਼ ਰੋਜ਼ ਮਨੁੱਖ ਜਿਵੇਂ ਜਿਵੇਂ ਰਸਨਾ ਤੋਂ ਨਾਮ ਲਏਗਾ, ਜਿਵੇਂ ਜਿਵੇਂ ਰਸਨਾ ਤੋਂ ਨਾਮ ਜਪੇਗਾ, ਰਸਨਾ ਨਾਮ ਜਪਦਿਆਂ ਜਪਦਿਆਂ ਵਕਾਰਾਂ ਨੂੰ ਕੱਟਦੀ ਜਾਂਦੀ ਹੈ। ਹਜੇ ਮਨੁੱਖ ਨੂੰ ਸਮਝ ਨਹੀਂ ਆ ਰਹੀ, ਆਪਣੀ ਜ਼ਿੰਦਗੀ ਦੀ ਸਮਝ ਨਹੀਂ ਆ ਰਹੀ। ਕਾਰਨ ਕੀ ਹੈ? ਹਜੇ ਜਿਹੜੀ ਬੁੱਧੀ ਹੈ ਉਹ ਨਿਰਮਲ ਨਹੀਂ ਹੈ। ਮਨ ਤੋਂ ਮੈਗਲ ਹੋਏ ਰਹਿਓ ਕਿਉਂ ਕਰ ਨਿਕਸਿਓ ਜਾਏ। ਹਜੇ ਮਨ ਵਕਾਰ ਕਰ ਕਰਕੇ ਹਾਥੀ ਵਰਗਾ ਹੋ ਗਿਆ। ਹਜੇ ਜੋ ਕੁਛ ਇਹਨੂੰ ਇਹ ਵਿਖ ਰਿਹਾ ਹੈ, ਪਰਿਵਾਰ ਸੱਚ ਲੱਗਦਾ, ਇਸ ਨੂੰ ਇਵੇਂ ਲੱਗਦਾ ਜਿੱਥੇ ਮੈਂ ਹਾਂ ਇੱਥੇ ਸਦਾ ਹੀ ਰਹਿਣਾ ਹੈ। ਹਜੇ ਇਹਨੂੰ ਪਰਿਵਰਤਨ ਵੇਖ ਹੀ ਨਹੀਂ ਰਿਹਾ। ਸਾਹਮਣੇ ਪਰਿਵਰਤਨ ਹੋ ਰਿਹਾ ਹੈ, ਵੇਖ ਨਹੀਂ ਰਿਹਾ। ਕਿਉਂ? ਸੁੱਤਾ ਹੋਇਆ ਹੈ। ਇਹਨੂੰ ਇਹ ਨਹੀਂ ਵੇਖ ਰਿਹਾ ਮੈਂ ਕਦੇ ਬਚਪਨ ਦੇ ਵਿੱਚ ਸੀ, ਉਦੋਂ ਮੈਨੂੰ ਪਤਾ ਨਹੀਂ ਸੀ ਮੈਂ ਕਿਤਨਾ। ਅੱਜ ਜਵਾਨ ਹੋ ਗਿਆ, ਲੋਕਾਂ ਨੇ ਦੱਸਿਆ ਤੂੰ ਜਵਾਨ ਹੋ ਗਿਆ, ਵਿਖਿਆ ਨਹੀਂ ਪਰਿਵਰਤਨ। ਜਵਾਨੀ ਤੋਂ ਅੱਜ ਬੁਢੇਪੇ ਵੱਲ ਨੂੰ ਚੱਲ ਪਿਆ, ਹਜੇ ਵੀ ਨਹੀਂ ਪਤਾ ਲੱਗਿਆ ਮੈਂ ਬਦਲ ਗਿਆ ਹਾਂ। ਇਹ ਵੀ ਹਜੇ ਵੀ ਨਹੀਂ ਪਤਾ। ਇਹਦੇ ਸਾਹਮਣੇ ਸਾਰੇ ਪਰਿਵਰਤਨ ਹੋ ਰਹੇ ਨੇ। ਸਭ ਕੁਝ ਮਨੁੱਖ ਦੇ ਸਾਹਮਣੇ ਹੀ ਹੋ ਰਿਹਾ ਹੈ, ਮਨੁੱਖ ਨੂੰ ਪਤਾ ਹੀ ਨਹੀਂ ਲੱਗ ਰਿਹਾ। ਕਿਉਂ? ਪਤਾ ਉਸ ਨੂੰ ਨਹੀਂ ਲੱਗਦਾ ਜਿਹੜਾ ਸੁੱਤਾ ਹੋਇਆ। ਸਤਿਗੁਰੂ ਜੀ ਕਹਿੰਦੇ ਤੂੰ ਸੁੱਤਾ ਹੋਇਆ ਹੈ। ਹੇ ਮਨੁੱਖ, ਤੇਰੀ ਸੁਰਤ ਸੌਂ ਗਈ ਹੈ, ਤੂੰ ਸੋ ਗਿਆ। ਇਸ ਕਰਕੇ ਸੁੱਤਿਆਂ ਤੈਨੂੰ ਪਤਾ ਹੀ ਨਹੀਂ ਲੱਗ ਰਿਹਾ ਜ਼ਿੰਦਗੀ ਵਿੱਚ ਆਨੰਦ ਕੀ ਹੈ ਤੇ ਜ਼ਿੰਦਗੀ ਵਿੱਚ ਦੁੱਖ ਕੀ ਹੈ, ਤੈਨੂੰ ਪਤਾ ਹੀ ਨਹੀਂ ਹੈ। ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਪ ਘਟੈ ਤਨ ਛੀਜੈ। ਰੋਜ਼ ਰੋਜ਼ ਤੇਰੀ ਦੇਹੀ ਖਤਮ ਹੁੰਦੀ ਗਈ, ਤੈਨੂੰ ਪਤਾ ਹੀ ਨਹੀਂ ਲੱਗ ਰਿਹਾ। ਦੇਹੀ ਤੇ ਖਤਮ ਹੋ ਗਈ, ਫਿਰ ਵੀ ਰੋਜ਼ ਰੋਜ਼ ਮੋਹ ਵੱਧਦਾ ਹੀ ਗਿਆ। ਪਦਾਰਥਾਂ ਵਿੱਚ ਰੋਜ਼ ਰੋਜ਼ ਮੋਹ ਵੱਧਦਾ ਹੀ ਗਿਆ। ਰੋਜ਼ ਰੋਜ਼ ਮੈਂ ਕਈ ਵਾਰੀ ਕਹਿੰਦਾ ਬਚਪਨ ਦੀਆਂ ਤੇ ਜਵਾਨੀ ਦੀਆਂ ਫੋਟੋਆਂ ਮਿਲਾਓ, ਨਹੀਂ ਮਿਲਣਗੀਆਂ। ਬਸ ਜਵਾਨੀ ਦੀਆਂ ਤੇ ਹੁਣ ਦੀਆਂ ਫੋਟੋਆਂ ਮਿਲਾਓ, ਆਪਸ ਵਿੱਚ ਨਹੀਂ ਮਿਲਣਗੀਆਂ। ਫਿਰ ਇਹੀ ਮਨੁੱਖ ਹੈ। ਸਰੀਰ ਤੇ ਦਾ ਰੋਜ਼ ਰੋਜ਼ ਬਦਲ ਗਿਆ, ਮਨ ਨਹੀਂ ਬਦਲਿਆ। ਮਨ ਜਵਾਨੀ ਵਿੱਚ ਵੀ ਵਿਕਾਰੀ ਸੀ, ਅੱਜ ਬੁਢੇਪੇ ਵਿੱਚ ਵੀ ਵਿਕਾਰੀ ਹੈ।
ਜਵਾਨੀ ਵਿੱਚ ਵੀ ਪਾਪ ਕਮਾ ਲੈਂਦਾ ਸੀ, ਮਾੜੇ ਵਿਚਾਰ ਆ ਜਾਂਦੇ ਸੀ, ਅੱਜ ਵੀ ਆਉਂਦੇ ਨੇ। ਹੁਣ ਮੈਂ ਕਈ ਵਾਰੀ ਕਹਿੰਦਾ, ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ, ਇਹ ਮਤ ਜਾਣਨਾ ਸਰੀਰ ਬਜ਼ੁਰਗ ਹੋ ਜਾਏਗਾ ਤੇ ਬਜ਼ੁਰਗ ਹੋਣ ਦੇ ਨਾਲ ਵਿਕਾਰ ਖਤਮ ਹੋ ਜਾਣਗੇ। ਐਸਾ ਨਹੀਂ ਹੈ। ਸਰੀਰ ਬਜ਼ੁਰਗ ਹੋਏਗਾ, ਬਾਣੀ ਤੇ ਕਹਿੰਦੀ ਹੈ ਵਿਕਾਰ ਵੱਧ ਜਾਣਗੇ, ਹੋਰ ਵੱਧ ਜਾਣਗੇ। ਬਸ ਇਹ ਹੈ, ਬਜ਼ੁਰਗ ਹੋ ਗਏ, ਸਰੀਰ ਦੀ ਵਾਹ ਕੋਈ ਨਹੀਂ ਚੱਲਦੀ। ਮਨ ਤੇ ਬੜਾ ਵਿਕਾਰੀ ਹੈ, ਵਾਹ ਕੋਈ ਨਹੀਂ ਹੈ। ਬਿਰਧ ਪਇਓ ਸੂਝੈ ਨਹੀਂ, ਕੱਲ ਪਹੁੰਚੇਗਾ। ਬਰਦੰਤ ਜਰੂਆ ਹਿਤਯੰਤ ਮਾਇਆ, ਸੋ ਲੋਕ ਸੰਸਕ੍ਰਿਤੀ। ਜਿਵੇਂ ਜਿਵੇਂ ਬੁਢੇਪਾ ਵੱਧਦਾ ਹੈ, ਮਾਇਆ ਦਾ ਮੋਹ ਵੱਧਦਾ ਹੈ, ਘਟਦਾ ਨਹੀਂ ਹੈ। ਜਿਵੇਂ ਜਿਵੇਂ ਬੁਢੇਪਾ ਵੱਧਦਾ ਹੈ, ਅੰਦਰ ਕਾਮ ਵੱਧਦਾ ਹੈ, ਘਟਦਾ ਨਹੀਂ ਹੈ। ਜਿਵੇਂ ਜਿਵੇਂ ਬੁਢੇਪਾ ਵੱਧਦਾ ਹੈ, ਲੋਭ ਵੱਧਦੇ ਨੇ। ਜਿਵੇਂ ਜਿਵੇਂ ਉਮਰ ਵੱਡੀ ਹੁੰਦੀ ਜਾਂਦੀ ਹੈ, ਲੋਭ ਵੱਧਦਾ ਜਾਂਦਾ ਹੈ, ਕ੍ਰੋਧ ਵੱਧਦਾ ਜਾਂਦਾ ਹੈ, ਹੰਕਾਰ ਵੱਧਦਾ ਜਾਂਦਾ ਹੈ। ਇਸ ਕਰਕੇ ਬੜੇ ਮਨੁੱਖ ਐਸੇ ਹੁੰਦੇ ਨੇ, ਬਜ਼ੁਰਗੀ ਵਿੱਚ ਚਲੇ ਜਾਂਦੇ ਨੇ, 70-80 ਸਾਲ ਦੇ ਹੋ ਜਾਂਦੇ ਨੇ। ਅਕਸਰ ਕਹਿੰਦੇ ਸੁਣੇ ਜਾਂਦੇ ਨੇ, ਆ ਮੈਂ ਇੰਨਾ ਕੁਝ ਬਣਾਇਆ, ਮੇਰੇ ਕਰਕੇ ਬਣਿਆ। ਹੰਕਾਰ ਵਧਿਆ ਪਿਆ, ਬਹੁਤ ਜ਼ਿਆਦਾ ਵਧਿਆ ਪਿਆ। ਇਸ ਕਰਕੇ ਆਨੰਦ ਦੀ ਪ੍ਰਾਪਤੀ ਨਹੀਂ ਹੈ, ਕਿਉਂਕਿ ਹੰਕਾਰ ਹੈ। ਇਹ ਮਤ ਜਾਣਨਾ, ਕਦੀ ਵੀ ਸਰੀਰ ਬਜ਼ੁਰਗ ਹੁੰਦਾ ਜਾਏਗਾ ਤੇ ਕਿਤੇ ਜ਼ਿੰਦਗੀ ਦੇ ਵਿੱਚ ਆਪਣੇ ਆਪ ਹੀ ਬਦਲਦੀ ਜਾਏਗੀ ਜ਼ਿੰਦਗੀ। ਐਸਾ ਨਹੀਂ ਹੈ। ਜਿਵੇਂ ਜਿਵੇਂ ਬਜ਼ੁਰਗ ਹੋਵਾਂਗੇ, ਰੋਜ਼ ਰੋਜ਼ ਮਾਇਆ ਨੂੰ ਵੇਖ ਵੇਖ ਕੇ ਮਨ ਪੱਕਾ ਹੀ ਹੁੰਦਾ ਜਾਏਗਾ। ਇਹਦੇ ਵਿੱਚ ਮੋਹ ਵੱਧਦਾ ਹੀ ਜਾਏਗਾ, ਲੋਭ ਵੱਧਦਾ ਜਾਏਗਾ, ਕ੍ਰੋਧ ਵੱਧਦਾ ਜਾਏਗਾ। ਆਨੰਦ ਨਹੀਂ ਮਿਲੇਗਾ। ਆਨੰਦ ਦੀ ਪ੍ਰਾਪਤੀ ਹੈ, ਸੰਤ ਜਨਾ ਮਿਲ ਪਾਈਐ, ਰਸਨਾ ਨਾਮ ਪਣਾ। ਰਸਨਾ ਦੇ ਦੁਆਰਾ ਜਦੋਂ ਵਾਹਿਗੁਰੂ ਵਾਹਿਗੁਰੂ ਮਨੁੱਖ ਕਰਦਾ ਹੈ, ਰੱਬ ਰੱਬ ਕਰਦਾ ਹੈ, ਰੱਬ ਦਾ ਨਾਂ ਜਪਦਾ ਹੈ, ਫਿਰ ਬੁੱਧੀ ਨਿਰਮਲ ਹੋਣੀ ਸ਼ੁਰੂ ਹੁੰਦੀ ਹੈ। ਫਿਰ ਜਿਵੇਂ ਨਿਰਮਲ ਹੋਏਗੀ, ਫਿਰ ਇਹ ਜਾਗਣਾ ਸ਼ੁਰੂ ਹੋ ਜਾਏਗਾ। ਅੱਛਾ ਐਸਾ ਹੈ। ਫਿਰ ਇਹ ਜਾਗ ਪਏਗਾ, ਇਹਨੂੰ ਪਤਾ ਲੱਗੇਗਾ ਮੈਂ ਕੌਣ ਹਾਂ। ਮੈਂ ਉਸ ਦਿਨ ਵੀ ਬੇਨਤੀ ਕੀਤੀ ਸੀ। ਇੱਕ ਰਾਜੇ ਨੂੰ ਇੱਕ ਸਾਧੂ ਕਹਿੰਦਾ ਹੈ, ਰਾਜਾ ਕਹਿੰਦਾ ਸਾਧੂ ਨੂੰ, ਮੈਨੂੰ ਰੱਬ ਨੂੰ ਮਿਲਾ ਦੇਵੇਂਗਾ? ਕਹਿੰਦਾ ਮਿਲਾ ਦੇਵਾਂਗੇ, ਇਹ ਤੇ ਕੋਈ ਵੱਡੀ ਗੱਲ ਨਹੀਂ ਹੈ। ਕਹਿੰਦੇ ਰੱਬ ਨੂੰ ਮਿਲਾ ਦੇਵੇਂਗਾ? ਕਹਿੰਦੇ ਕੋਈ ਵੱਡੀ ਗੱਲ ਨਹੀਂ, ਰੱਬ ਨੂੰ ਮਿਲਣਾ ਕਿਹੜਾ ਔਖਾ, ਹੁਣੀ ਮਿਲਾ ਦਿੰਦੇ ਆ। ਕਹਿੰਦੇ ਆ ਪੈਨ ਤੇ ਕਾਪੀ ਫੜ, ਆਪਣਾ ਐਡਰੈਸ ਲਿਖ ਕੇ ਦੇ ਮੈਨੂੰ, ਤੂੰ ਕਿੱਥੇ ਰਹਿੰਦਾ। ਹੁਣ ਰਾਜੇ ਨੇ ਆਪਣਾ ਨਾਂ ਲਿਖ ਕੇ ਦਿੱਤਾ, ਮੈਂ ਰਾਜਾ ਹਾਂ ਇਹ ਵੀ ਲਿਖ ਦਿੱਤਾ, ਮੈਂ ਫਲਾਣੇ ਦੇਸ਼ ਵਿੱਚ ਰਹਿਣਾ ਇਹ ਵੀ ਲਿਖ ਦਿੱਤਾ। ਹੁਣ ਉਹ ਫਕੀਰ ਪੁੱਛਦਾ ਹੈ, ਹੇ ਰਾਜਾ, ਜਿਹੜਾ ਤੂੰ ਇਹ ਨਾਮ ਲਿਖਿਆ ਹੈ, ਜੇ ਤੇਰਾ ਇਹ ਨਾਮ ਬਦਲ ਦਈਏ ਤੂੰ ਹੋਵੇਂਗਾ? ਮੈਂ ਤੇ ਹੋਵਾਂਗਾ ਹੀ, ਨਾ ਹੀ ਤੇ ਬਦਲਿਆ, ਨਾ ਤੇ ਬਾਹਰੋਂ ਦਿੱਤਾ ਹੈ, ਕੋਈ ਨਾ ਮੇਰੇ ਅੰਦਰ ਥੋੜੀ ਨਾ ਹੈ, ਨਾਮ ਤੇ ਬਾਹਰ ਹੈ। ਤੇ ਠੀਕ ਹੈ। ਕਹਿੰਦੇ ਜੇ ਤੂੰ ਰਾਜਾ ਹੈ, ਜੇ ਤੂੰ ਭਿਖਾਰੀ ਹੋ ਜਾਏ ਫਿਰ ਵੀ ਤੂੰ ਰਹੇਗਾ? ਕਹਿੰਦੇ ਰਵਾਂਗੇ। ਰਾਜ ਹੀ ਤੇ ਚਲਾ ਜਾਣਾ, ਮੈਂ ਥੋੜੀ ਨਾ ਮਰ ਜਾਣਾ ਹੈ, ਰਾਜ ਹੀ ਜਾਣਾ ਹੈ। ਕਹਿੰਦੇ ਕੋਈ ਗੱਲ ਨਹੀਂ, ਫਿਰ ਕੋਈ ਦਿੱਕਤ ਨਹੀਂ। ਕਹਿੰਦੇ ਜਿਹੜੇ ਦੇਸ਼ ਵਿੱਚ ਤੂੰ ਰਹਿਣਾ ਹੈ, ਜੇ ਤੇਰੇ ਕੋਲੇ ਦੇਸ਼ ਵੀ ਖੋਹ ਲਿਆ ਜਾਏ ਕਿ ਤੂੰ ਰਹੇਗਾ? ਕਹਿੰਦਾ ਕਮਾਲ ਦੀ ਗੱਲ ਹੋ ਗਈ, ਦੇਸ਼ ਹੀ ਤੇ ਜਾਣਾ ਹੈ, ਮੈਂ ਤੇ ਫਿਰ ਵੀ ਰਹਿਣਾ ਹੈ। ਕਹਿੰਦੇ ਆ ਫੜ ਆਪਣਾ ਕਾਗਜ਼, ਤੈਨੂੰ ਤੇ ਆਪਣਾ ਐਡਰੈਸ ਹੀ ਨਹੀਂ ਪਤਾ, ਰੱਬ ਤੈਨੂੰ ਕਿੱਥੋਂ ਮਿਲੇਗਾ? ਤੈਨੂੰ ਤੇ ਆਪਣੇ ਆਪ ਦਾ ਹੀ ਨਹੀਂ ਪਤਾ ਤੂੰ ਕੌਣ ਹੈ। ਜਿਸ ਨੂੰ ਆਪਣੇ ਆਪ ਦਾ ਨਹੀਂ ਪਤਾ, ਨਾਮ ਝੂਠਾ ਲਈ ਫਿਰਦਾ, ਤੇਰਾ ਨਾਂ ਥੋੜੀ ਨਾ ਹੈ, ਇਹ ਤੇ ਤੇਰੇ ਸਰੀਰ ਦਾ ਨਾਮ ਹੈ। ਤੇ ਇਹ ਨਾਮ ਤੇ ਰੋਜ਼ ਬਦਲ ਦੋ, ਭਾਵੇਂ ਰੋਜ਼ ਬਦਲੀ ਜਾਓ, ਨਾਮ ਦਾ ਕੀ ਹੈ? ਨਾਮ ਤੇ ਬਾਹਰੋਂ ਦਿੱਤਾ ਹੈ, ਮਾਂ ਬਾਪ ਨੇ, ਦੁਨੀਆ ਨੇ ਦਿੱਤਾ ਹੈ ਨਾਮ। ਕਹਿੰਦੇ ਤੈਨੂੰ ਹਜੇ ਆਪਣੇ ਆਪ ਦਾ ਹੀ ਨਹੀਂ ਪਤਾ। ਜਿਹਨੂੰ ਆਪਣੇ ਆਪ ਦਾ ਨਹੀਂ ਪਤਾ, ਉਹਨੂੰ ਰੱਬ ਨੂੰ ਕਿੰਨੇ ਮਿਲਣਾ ਹੈ। ਇਸ ਕਰਕੇ ਰੱਬ ਨੂੰ ਮਿਲਣ ਵਾਸਤੇ ਪਹਿਲਾਂ ਆਪਣੇ ਆਪ ਦਾ ਪਤਾ ਹੋਣਾ ਜ਼ਰੂਰੀ ਹੈ। ਫਿਰ ਤੈਨੂੰ ਕਹਿਣ ਦੀ ਲੋੜ ਨਹੀਂ ਹੈ ਰੱਬ ਨੂੰ ਮੈਨੂੰ ਮਿਲ, ਉਹ ਆਪਣੇ ਆਪ ਹੀ ਮਿਲ ਪਏਗਾ, ਕਹਿਣ ਦੀ ਵੀ ਲੋੜ ਨਹੀਂ। ਇਸ ਕਰਕੇ ਜਿਵੇਂ ਜਿਵੇਂ ਰਸਨਾ ਨਾਮ ਜਪਦੀ ਹੈ, ਇਹ ਜਾਗਣੀ ਸ਼ੁਰੂ ਹੋ ਜਾਂਦੀ ਹੈ ਬੁੱਧੀ, ਮਨੁੱਖ ਸਾਖੀ ਬਣਨਾ ਸ਼ੁਰੂ ਹੋ ਜਾਂਦਾ ਹੈ। ਠੀਕ ਹੈ, ਜਦੋਂ ਅਸੀਂ ਬੰਦਗੀ ਕਰਦੇ ਹਾਂ, ਮਾੜੇ ਵਿਕਾਰ ਅੰਦਰ ਜ਼ਰੂਰ ਆਉਂਦੇ ਨੇ, ਆਉਂਦੇ ਨਹੀਂ ਹਨ, ਅੰਦਰ ਹੈਗੇ ਨੇ, ਮਨੁੱਖ ਨੂੰ ਪਤਾ ਲੱਗਦਾ। ਉਹ ਮਨੁੱਖ ਵਡਭਾਗੀ ਹੈ ਜਿਹਨੂੰ ਆਪਣੇ ਅੰਦਰ ਦੇ ਵਿਕਾਰ ਵਿਖਣੇ ਸ਼ੁਰੂ ਹੋ ਗਏ ਨੇ। ਮੈਂ ਤਾਂ ਇਹ ਵੀ ਕਹਾਂਗਾ, ਉਹ ਮਨੁੱਖ ਵਡਭਾਗੀ ਹੈ ਜਿਹਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਮੇਰੇ ਅੰਦਰ ਬਹੁਤ ਕੁਝ ਮਾੜਾ ਹੈ। ਜਿਹਨੂੰ ਪਤਾ ਲੱਗ ਗਿਆ ਉਹ ਕੱਢਣ ਦੇ ਵੀ ਯਤਨ ਕਰੇਗਾ, ਨਿਕਲਦਾ ਹੈ ਸੰਗਤ ਵਿੱਚ ਆ ਕੇ। ਮਿਟੈ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੂਆ ਜੀਜਾ। ਸੰਗਤ ਵਿੱਚ ਆ ਕੇ ਮੋਇਆ ਹੋਇਆ ਮਨ ਵੀ ਜੀ ਪੈਂਦਾ ਹੈ। ਅੱਗੇ ਮਹਾਰਾਜ ਕਹਿੰਦੇ ਨੇ, ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ। ਕਹਿੰਦੇ ਜ਼ਿੰਦਗੀ ਵਿੱਚ ਆਇਆ ਹੀ ਉਹਨੂੰ ਮੰਨੋ
जिन्हें रब की प्राप्ति कर ली है, बाकी आया ही नहीं कोई है। ऐसा आया ऐसा ना आया, दोबारा फिर आना पएगा। मैं अगे भी कई बार बेनती की, साध संगत ये मत जानना जिन्हों जिहदे कर्म अजे तो इन्ने नहीं बने, संगत में नहीं आता तो किते उहदा छुटकारा हो जाना है। कोई गल नहीं, ऐतकी जन्म च नहीं आएगा, अगले में आ जाएगा। छुटकारा संगत च ही होना है, नाम जप के ही होना है। कहो नानक कहे तत् विचारा, बिन हर भजन नहीं छुटकारा। छुटकारा होना ही नहीं है बंदगी तो बिना। ऐतकी नहीं करेगा, अगले जन्म में कर लेगा। ये किहड़ा प्रोसैस खत्म हो चलिया? ये कोई पहली बारी तो इत्थे आए नहीं आ, बड़ी बारी आ गए हैं, इत्थे चल ही रहा है काम। ये किहड़ा प्रसंग टुट जाना है? ऐतकी नहीं जपांगे, अगली बारी जप लवांगे। पर यह मत जानना, जेड़े ताई तो बाणी कहती है, जो सतगुरु शरण संगत नहीं आए त्रिग जीवे त्रिग जीवास। की उन्हों का जिउना है? क्यों? पता ही नहीं लगा रब कौन है, प्राप्ति तो होई नहीं, अपने आप का ही पता नहीं लगा। सिर्फ खाण पीण दे विच ही जिंदगी निकल चली है, मोह लोभ दे विच ही जिंदगी निकल चली, होर तो पता ही कुछ नहीं लगा है कि ये दुनिया। जिन्ना काम मनुख करी जाता इन्ना पशु भी करी जाते, फिर फर्क की होया? कुछ भी नहीं। इस करके कहते ने सतगुरु जी, ये मत जानना जे जिंदगी में संगत में नहीं आए हाँ तो कितने एवं ही छुटकारा हो जाना, नहीं अगली बारी आ जावांगे, रहना इत्थे ही है। मैं कई बार सोचदा है, एक बारी की गल है, वैसे ये गल थोड़ी जी मैं फिर भी कह दिया, इन्हों के घरों कोई पूरा हो गया। मैं उन्होंने पूछा, मैं चलो बड़ी घटना ठीक नहीं वापरी, पूरे हो गए ने, बजुर्ग सन कोई, कहते हाँ वो तो सचखंड पहुँच गए ने। मैं कहा तेनू सचखंड चों फोन आ गया? सचखंड पहुँच, तेनू किवें पता सचखंड पहुँच गए? वो तो सचखंड पहुँच गए ने। जेड़ा सारी उम्र नाम जपया नहीं है, अधूरा जीवे है, वो सचखंड कित्थे पहुँच गया? वो तो सचखंड तो दूर है अजे, वेख इत्थे किते होएगा, किते नहीं गया वो सचखंड। बाणी कहती उदों तो ही तो सचखंड पहुँचता ही नहीं है जदों तो ही परमात्मा नूं आराधदा नहीं। किस दिन पहुँचेगा सच? पूरा प्रभ आराध्या पूरा जाका नाम, नानक पूरा पाया पूरे के गुण गाओ। उस दिन पहुँचता सचखंड। तू किवें कहदा सचखंड पहुँच गया? तेनू की पता सचखंड पहुँच गया? किसी नूं नहीं पता। बाणी तो कहती है सिर्फ मड़ियां तो ही पता है, वो शरीर नूं कहे, उस तो बाद किसी नूं नहीं पता कित्थे गया। इस करके सतगुरु जी कहते तू रब नूं ध्या, परमात्मा नूं ध्याउण दे नाल दो चीज़ां होणगियां, कि यह लोक सुखी है परलोक सुहेले, दोवें चीज़ां हो जाए। जे कोई लोक दियां इच्छावां भी ने नहीं पूरीਆਂ हो रही, परमात्मा वो भी पूरीਆਂ कर दिंदा ते दूजी गल परलोक सुहेला हो जाता है। संत जना मिल पाई है रसना नाम भणा, जिन पाया प्रभ अपना आए तिसे गणा। आए वही प्रमाण ने, कहते ने मैं तो आया मनदा ही उन्होंने आ जिन्हों ने रब का नाम जपया। एक खिन तिस बिन जीवना बिरथा जन्म जना, एक मिनट भी ਉਹਦੇ ਤੋਂ बिना जीवना, ਉਹਦੇ डर तो बिना जीवना, ਐਵੇਂ समझो जिमें जीवन बिरथा चला गया। चाइना ਦੇ ਵਿੱਚ ਨਾ ਇੱਕ ਸ਼ਹਿਰ ਹੈ, ਕਹਿੰਦੇ ਹਨ ਉੱਥੇ ਨਾ ਇੱਕ ਮਨੁੱਖ ਲਿਖਣ ਲਈ ਗਿਆ, ਕੰਮ ਕਰਨ ਲਈ ਗਿਆ। ਉੱਥੇ ਜਾ ਕੇ ਵੇਖਦਾ ਮਨੁੱਖ ਬੜੇ ਬਜ਼ੁਰਗ ਨੇ, ਪਰ ਕਿਸੇ ਦੀ ਉਮਰ ਲਿਖੀ ਹੈ 15 ਸਾਲ, ਕਿਸੇ ਦੀ 10 ਸਾਲ। ਮੈਨੂੰ ਸਮਝ ਨਹੀਂ ਆ ਰਹੀ, ਇਹ ਸਾਰੇ ਹੈ ਬਜ਼ੁਰਗ ਨੇ, ਉਮਰ ਕਿਸੇ ਦੀ 80 ਸਾਲ ਹੈ ਤੇ ਤੁਸੀਂ 10-10 ਸਾਲ ਲਿਖੀਆਂ ਨੇ, ਕਿਸੇ ਦੀ 15 ਸਾਲ ਹੈ। ਕਾਰਨ ਕੀ ਹੈ? ਕਹਿੰਦੇ ਸਾਡੇ ਇੱਥੇ ਜਿਹੜੀ ਸਰੀਰਕ ਆਯੂ ਹੈ ਉਹਨੂੰ ਕੋਈ ਵੈਲਿਊ ਨਹੀਂ ਦਿੱਤੀ ਜਾਂਦੀ। ਇਹ ਮਨੁੱਖ ਰੱਬ ਦਾ ਨਾਮ ਕਦੋਂ ਤੋਂ ਲੈਣ ਲੱਗਿਆ, ਉਮਰ ਉਦੋਂ ਤੋਂ ਹੀ ਨੋਟ ਕੀਤੀ ਜਾਂਦੀ ਹੈ ਵੀ ਉਦੋਂ ਤੋਂ। ਬਾਣੀ ਕਹਿੰਦੀ ਹੈ ਸਤਿਗੁਰ ਕੇ ਜਨਮੇ ਗਵਨ ਮਿਟਾਇਆ। ਜਨਮ ਸ਼ੁਰੂ ਹੀ ਉਸ ਦਿਨ ਹੁੰਦਾ ਹੈ ਜਿਸ ਦਿਨ ਮਨੁੱਖ ਬੰਦਗੀ ਵਿੱਚ ਲੱਗਦਾ, ਉਸ ਤੋਂ ਪਹਿਲਾਂ ਜਨਮ ਨਹੀਂ ਹੈ। ਉਸ ਤੋਂ ਪਹਿਲਾਂ ਤੇ ਅਚੇਤ ਚੱਲ ਰਿਹਾ ਜ਼ਿੰਦਗੀ। ਇਸ ਕਰਕੇ ਜਨਮ ਦੀ ਆਰੰਭਤਾ ਉੱਥੋਂ ਹੈ ਜਿੱਥੋਂ ਮਨੁੱਖ ਬੰਦਗੀ ਸ਼ੁਰੂ ਕਰੇਗਾ। ਇੱਕ ਸੈਕਿੰਡ ਵੀ ਉਹਦੇ ਬਿਨਾਂ ਜੀ ਰਹੇ ਹਾਂ, एक सैकंड भी वो याद तो बिना जी रहे हैं, जीवन व्यर्थ है। बिन नाव है जीवन व्यर्थ, जीवन व्यर्थ चला जाएगा। अगे महाराज कहते हैं जल थल महियल पूरिया रविया विच बना। ऐसी गल नहीं है। हुण ये सवाल पूछा रब कित्थे है, सवाल ये गलत है, तो यदा सवाल का जवाब भी क्या? कुछ भी नहीं। ये सवाल ही गलत है। मनुख पूछता परमात्मा कित्थे है, नहीं, सवाल ये पूछना चाहिए परमात्मा कित्थे नहीं है। जल थल महियल पूरिया रविया विच बना लो। कि वजह
रब कित्थे है, ये सवाल नहीं है। सवाल इको ही है, रब कित्थे नहीं है, ये सवाल पूछो कि दुनिया में ऐसा स्थान है जिथे परमात्मा नहीं है? नहीं, ऐसा स्थान ही नहीं है। बाणी कहती जल विच भी वही है, थल विच भी वही है, हर थां ते वो आप ही है। अंत दे विच महाराज कहते ने सो प्रभ चित ना आवई कितड़ा दुख गणा। जे रब चेते विच नहीं आ रहा, किन्नियां चिंतावां वो मनुख नूं होणगियां, हिसाब ही नहीं लगाया जा सकता। जिस मनुख नूं परमात्मा चेते नहीं है, मैं फिर बेनती करदियां डर विच जी रहा होएगा, चिंतावां विच जी रहा होएगा। जिन्हों रब चेते नहीं है, कल नूं मेरे नाल की हो जाना, इस चिंता विच जी रहा। जिन्हों परमात्मा चेते नहीं है, डर विच जी रहा है, भय विच जी रहा। जिन्हों रब चेते है, निरभव होके जी रहा। बाणी कहती निरभव जपै सगल भव मिटै। जिन्हों हजे तक परमात्मा चेते नहीं, बाणी कहती किन्ना क दुख कवां, पता नहीं उन्होंने किन्नियां क चिंतावां ने, किन्नियां क टेंशनां उहदे अंदर हैगियां ने, कोई पता नहीं। रोटी की चिंता है, क्यों? करता बनी बैठा, मैं ही सब कुछ करना है। अंत दे विच महाराज कहते ने जिनी रावया सो प्रभु तिना भाग मना। हर दर्शन कौ मन लोचदा नानक प्यास मना। हे परमात्मा, तेरियां गल्लां सुन सुन के, तेरे बारे सुन सुन के हुण जिहड़ा मन है ये लोचदा है किते परमात्मा नूं मिल पवां। मन दे विच प्यास लग गई है, वो परमात्मा नूं मिलां जिहने एड्डा वड्डा ब्रह्मंड बनाया है। असीं ते जीव ही बड़े छोटे हाँ, जिन्ने का असीं हाँ ऐसे दे कई ब्रह्मंड बनाए ने उन्हें। ये कोई पहली पृथ्वी तिथ है, लो लो आकार जिव जिव हुक्म तिवै ते वकार। एक पृथ्वी नहीं है, लखां ही पृथ्वियां ने। और जिन्ने का असीं जीव बैठे हाँ, उहदे हिसाब दे विच जीवां दा भी पता नहीं किन्ने जीव उन्हें बनाए। पर हरेक मनुख अपने आप को कुछ समझी बैठा है, यही यदि सब तो वड्डी भुल है। सतगुरु जी महाराज कहते ने तिन्ना भाग मना। हर दर्शन को मन लोचदा नानक प्यास मना। चेत मिलाए सो प्रभु तिस कै पाए लगा। सतगुरु जी कहते जेड़ा मैनू परमात्मा मिला देगा, मैं उहदे पाए लगांगा। आ चेत का महीना आरंभ होया है। 12 माह की एक खासियत है, आप जी जो बाणी नूं विचारोगे, चेत के महीने में तो दसिया जाता है परमात्मा नूं मिल पईए तो किन्ना आनंद है, किन्नी खुशियां ने, किन्ने आनंद विच मनुख जिंदा है जिहदे कोल परमात्मा है। तो फलगुण के महीने में परमात्मा मिल पैंदा है। क्यों? हजे तो कहते हैं मिलेगा किवें? संगत विच जा, परमात्मा का नाम जप तां मिलेगा, उवें नहीं मिलेगा। उन्हों याद कर। इस करके कहते हैं बाणी ये कहती है, हे मनुख तू परमात्मा नूं भुलिया होया है, रब ने तेनू नहीं भुलाया। मनुख कोल ये मुक्ति है, मनुख दे कोल ये स्वतंत्रता है, वो परमात्मा नूं भुला सकता है। वो भुला सकता है, परमात्मा इनू नहीं भुलाउंदा। इस करके मनुख ने परमात्मा नूं भुलाया है, रब ने इनू नहीं भुलाया। इस करके भुलाउणा दी समर्था इहदे कोल है। सो सतगुरु जी महाराज एक कृपा करन, भुले हुए हाँ ताई तो याद करना है, सिर्फ उन्होंने याद करना है। जिस दिन वो याद आ गया, आनंद ही आनंद है। आनंद तो पहला भी है, बस उन्होंने याद आना ही आनंद है। पता लग गया मैं कुछ नहीं हाँ, जिस दिन वो याद आ गया अपना आप छोटा हो जाएगा, बस मैं कुछ भी नहीं। उहदे याद आने का मतलब मैं कुछ भी नहीं, हजे याद नहीं है मैं सब कुछ हाँ। बस जे परमात्मा याद नहीं, फिर वो मनुख कोल एक ही गल होएगी, मैं सब कुछ हाँ, मेरे कित्तियां चल रहा है। जे परमात्मा चेते आ गया, फिर एक ही गल होएगी, मैं कुछ भी नहीं हाँ। कछ आहे ना मोरा, गुरबाणी दे शब्द, मैं कुछ भी नहीं हाँ। मैं की हाँ? काले मैंडे कपड़े काला मैंडा वेश, गुण ही भरिया मैं फिरा लोक कहें दरवेश। ऐसी अवस्था मनुख की बन जाती है। सतगुरु जी महाराज कृपा करन, अज जिहड़ा महीना प्रारंभ होया है, सारियां दे सिरां ते मेहर भरिया हथ रखण। असीं परमेश्वर नूं मिलण दी जिहड़ी मंजिल है उन्होंने आरंभ करिए, उहदा नाम जपीए, संगत करिए वध तो वध। संगत विच आके मनुख नूं पता लगदा है जिंदगी की है। संगत शीशा है, ये मनुख दे अगे रख दिता जाए, इनू पता लग जाता है मैं कित्थे खड़ा, जिंदगी कित्थे खड़ी है। और मौका भी यही है, इस तो बाद मौका मिले भावें ना मिले, ये किसी नूं नहीं पता। यही मौका है
ਇਸੇ ਮੌਕੇ ਦੇ ਵਿੱਚ ਬਾਣੀ ਕਹਿੰਦੀ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਆ ਤੇਰਾ ਸਮਾਂ, ਇਹ ਜੀਵ ਆਤਮਾ ਜਿਹੜੇ ਬੜੇ ਸਮੇਂ ਤੋਂ ਵਿਛੜੀ ਹੋਈ ਹੈ, ਇਹ ਪਰਮਾਤਮਾ ਨੂੰ ਮਿਲ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਹੋਈ ਭੁੱਲ ਚੁੱਕ ਦਿਲੀ ਖਿਮਾ ਕਰਨੀ ਜੀ। ਸਤਿਗੁਰੂ ਜੀ ਮਿਹਰਾਮਤ ਕਰਨ, ਸਾਰੇ ਨਗਰ ਨਿਵਾਸੀਆਂ ਤੇ ਮਿਹਰਾਮਤ ਕਰਨ। ਜੋ ਅੱਜ ਇਹ ਨਵਾਂ ਸੰਮਤ ਆਰੰਭ ਹੋਇਆ ਹੈ, ਨਵੇਂ ਨਾਨਕਸਾਈ ਸੰਮਤ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਅੱਜ ਇਹ ਨਵਾਂ ਸਾਲ ਨਾਨਕਸ਼ਾਹੀ ਕੈਲੰਡਰ ਦਾ ਆਰੰਭ ਹੋਇਆ ਹੈ, ਸੋ ਇਸ ਨਵੇਂ ਸਾਲ ਦੀਆਂ ਵਧਾਈਆਂ। ਅੱਜ ਗੁਰਦੁਆਰਾ ਸਿੰਘ ਸਭਾ ਸੌਂਖੜਾ ਵਿਖੇ ਵੀ ਨਵੇਂ ਸਾਲ ਦੇ ਉਪਲਕਸ਼ ਵਿੱਚ ਬੜੇ ਵੱਡੇ ਕੀਰਤਨ ਸਮਾਗਮ ਕਰਾਏ ਜਾ ਰਹੇ ਹਨ। ਬਾਬਾ ਜੋਗਾ ਸਿੰਘ ਜੀ ਵੱਲੋਂ ਇਹ ਬੇਨਤੀ ਹੈ, ਉੱਥੇ ਵੱਧ ਤੋਂ ਵੱਧ ਸੰਖਿਆ ਵਿੱਚ ਪਹੁੰਚ ਕੇ ਬੜੇ ਵੱਡੇ ਨਾਮੀ ਜਥੇ ਸੰਤ ਮਹਾਂਪੁਰਸ਼ ਆ ਰਹੇ ਨੇ, ਉਹਨਾਂ ਦੇ ਬਚਨ ਸੁਣ ਕੇ ਆਪਣੀ ਜ਼ਿੰਦਗੀ ਨੂੰ ਸਫਲ ਕਰੀਏ। ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।